ਸਲੋਕ ਦੋਹਾ ਮਹਿਲਾ ਪੰਜਵਾਂ। ਦੋਹਾ ਦਾ ਮਤਲਬ ਹੁੰਦਾ ਹੈ ਦੋਹਰਾ, ਦੋ ਮਾਤਰਿਕ ਗੁਣਾਂ ਦੇ ਸੰਯੋਗ ਕਰਕੇ ਬਣਿਆ ਹੋਇਆ ਛੰਦ। ਏਕ ਜੇ ਸਾਜਨ ਮੈਂ ਕੀਆ, ਸਰਬ ਕਲਾ ਸਮਰੱਥ, ਜਿਉ ਹਮਾਰਾ ਖੰਨੀਐ, ਹਰ ਮਨ ਤਨ ਸੰਦੜੀ ਵਤ। ਏਕ ਜੇ ਦਾ ਮਤਲਬ ਇੱਕ, ਜੇ ਦਾ ਮਤਲਬ ਜੋ, ਕਲਾ ਦਾ ਮਤਲਬ ਸੱਤਿਆ, ਸਮਰੱਥ ਦਾ ਮਤਲਬ ਸਰਬ ਸ਼ਕਤੀਮਾਨ। ਮੈਂ ਉਸ ਇੱਕ ਹਰੀ ਨੂੰ ਆਪਣਾ ਮਿੱਤਰ ਬਣਾਇਆ ਹੈ ਜੋ ਸਾਰੀਆਂ ਤਾਕਤਾਂ ਵਾਲਾ ਹੈ। ਸਰਬ ਕਲਾ ਸਮਰੱਥ ਦਾ ਮਤਲਬ ਜਿਹਦੇ ਹੱਥ ਵਿੱਚ ਸਾਰੀਆਂ ਤਾਕਤਾਂ ਨੇ। ਉਤਪਤੀ, ਲੈਤਾ, ਪਾਲਣਾ, ਸੰਚਾਲਨ, ਜੋ ਕੁਝ ਵੀ ਜਗਤ ਦੇ ਅੰਦਰ ਵਾਪਰ ਰਿਹਾ ਹੈ ਸਭ ਉਸ ਦੇ ਹੱਥ ਵਿੱਚ ਹੈ ਤੇ ਮੈਂ ਉਸ ਇੱਕ ਨੂੰ ਆਪਣਾ ਸੱਜਣ ਬਣਾਇਆ ਹੈ। ਹੁਣ ਇੱਥੇ ਦੋ ਚੀਜ਼ਾਂ ਨੇ ਕਿ ਜੋ ਕੁਝ ਵੀ ਹੈ ਪ੍ਰਭੂ ਦੇ ਹੱਥ ਵਿੱਚ ਹੈ। ਹੱਥ ਦਾ ਮਤਲਬ ਹੁਕਮ, ਰਜ਼ਾ, ਭਾਣੇ ਦੇ ਵਿੱਚ ਹੈ। ਨਿਯਮਾਵਲੀ ਦੇ ਅੰਦਰ ਸਾਰਾ ਸੰਸਾਰ ਕਾਰਜਸ਼ੀਲ ਹੈ ਤੇ ਉਹ ਇੱਕ ਹੀ ਪ੍ਰਭੂ ਸਰਵ ਵਿਆਪਕ ਹੈ। ਉਹਨੂੰ ਮੈਂ ਆਪਣਾ ਮਿੱਤਰ ਬਣਾਇਆ। ਉਹਨੂੰ ਮਿੱਤਰ ਬਣਾਉਣ ਦਾ ਮਤਲਬ ਮੈਂ ਪ੍ਰਭੂ ਅੱਗੇ ਸਮਰਪਣ ਕੀਤਾ ਹੈ। ਮੈਂ ਰੱਬੀ ਰਜ਼ਾ ਦੇ ਵਿੱਚ ਤੁਰਨਾ ਹਾਂ ਔਰ ਰੱਬੀ ਗੁਣਾਂ ਨੂੰ ਮੈਂ ਆਪਣਾ ਸੰਗੀ ਸਾਥੀ ਬਣਾਇਆ ਹੈ। ਤਾਂ ਇੱਥੋਂ ਸਾਨੂੰ ਜੀਣ ਵਾਸਤੇ ਜੋ ਚੀਜ਼ ਮਿਲ ਰਹੀ ਹੈ ਉਹ ਇਹ ਹੈ ਕਿ ਪ੍ਰਭੂ ਸਰਬ ਕਲਾ ਸਮਰੱਥ ਹੈ, ਉਹ ਸਾਡੇ ਸਾਰਿਆਂ ਦੇ ਅੰਦਰ ਵਸਦਾ ਹੈ। ਉਸ ਨੂੰ ਆਪਣਾ ਮਿੱਤਰ ਬਣਾਉਣਾ ਹੈ। ਉਸ ਨੂੰ ਮਿੱਤਰ ਬਣਾਉਣ ਦਾ ਮਤਲਬ ਰੱਬੀ ਰਜ਼ਾ ਦੇ ਵਿੱਚ ਤੁਰਨਾ ਔਰ ਰੱਬੀ ਗੁਣਾਂ ਦੇ ਨਾਲ ਪ੍ਰੀਤ ਪਾਣੀ ਹੈ। ਜਿਉ ਹਮਾਰਾ ਖੰਨੀਏ, ਖੰਨੀਏ ਦਾ ਮਤਲਬ ਹੁੰਦਾ ਹੈ ਟੋਟੇ ਟੋਟੇ ਹੋਣਾ, ਯਾਨੀ ਕੁਰਬਾਨ ਹੋਣਾ। ਮਨ ਤਨ ਸੰਦੜੀ ਵਤ, ਸੰਦੜੀ ਦਾ ਮੀਨਿੰਗ ਹੈਗਾ ਦੀ ਤੇ ਵਤ ਦਾ ਮਤਲਬ ਵਸਤੂ। ਮਨ ਤਨ ਦਾ ਮਤਲਬ ਤਨ ਔਰ ਮਨ ਵਾਸਤੇ ਅਮੁੱਲਕ ਜੋ ਚੀਜ਼ ਹੈ। ਜਿਉ ਹਮਾਰਾ ਖੰਨੀਏ, ਹਰ ਮਨ ਤਨ ਸੰਦੜੀ ਵਤ, ਪ੍ਰਭੂ ਸਾਡੇ ਮਨ ਔਰ ਤਨ ਦੇ ਕੰਮ ਆਉਣ ਵਾਲੀ ਅਸਲੀ ਚੀਜ਼ ਹੈ। ਮਨ ਤਨ ਸੰਦੜੀ ਵਤ ਦਾ ਮਤਲਬ ਮਨ ਔਰ ਤਨ ਦੇ ਕੰਮ ਆਉਣ ਵਾਲੀ ਅਸਲੀ ਜੋ ਚੀਜ਼ ਹੈ ਉਹ ਪ੍ਰਭੂ ਹੈ। ਹੁਣ ਇਹ ਚੀਜ਼ ਸਮਝਣਾ ਹੈ ਕਿ ਮਨ ਔਰ ਤਨ ਕਰਕੇ ਸਾਡੇ ਕੰਮ ਆਉਣ ਵਾਲੀ ਕਿਵੇਂ ਹੈ। ਦੇਖੋ, ਜੇ ਅਸੀਂ ਰੱਬੀ ਰਜ਼ਾ ਦੇ ਵਿੱਚ ਤੁਰਦੇ ਹਾਂ ਤਾਂ ਰੱਬੀ ਰਜ਼ਾ ਦੇ ਵਿੱਚ ਤੁਰਨ ਕਰਕੇ ਹੀ ਅਸੀਂ ਮਨ ਔਰ ਤਨ ਕਰਕੇ ਸੁਖੀ ਔਰ ਸ਼ਾਂਤ ਰਹਿ ਸਕਦੇ ਹਾਂ। ਜੋ ਵੀ ਅਸੀਂ ਕਾਰਜ ਕਰਨਾ ਹੈ ਉਹ ਰੱਬੀ ਰਜ਼ਾ ਦੇ ਵਿੱਚ ਰਹਿ ਕੇ ਹੀ ਅਸੀਂ ਕਰ ਸਕਦੇ ਹਾਂ, ਰੱਬੀ ਰਜ਼ਾ ਤੋਂ ਬਾਹਰ ਨਹੀਂ। ਇਸ ਲਈ ਸਾਡੇ ਤਨ ਔਰ ਮਨ ਦੇ ਕੰਮ ਆਉਣ ਵਾਲੀ ਇੱਕੋ ਹੀ ਚੀਜ਼ ਹੈ ਤੇ ਉਹ ਹੈ ਪ੍ਰਭੂ ਦੇ ਗੁਣ ਔਰ ਪ੍ਰਭੂ ਦੀ ਰਜ਼ਾ ਔਰ ਭਾਣਾ। ਜੇ ਅਸੀਂ ਰੱਬੀ ਰਜ਼ਾ ਭਾਣੇ ਵਿੱਚ ਤੁਰਦੇ ਹਾਂ ਤਾਂ ਹੀ ਅਸੀਂ ਜੀਵਨ ਦੇ ਵਿੱਚ ਕਾਮਯਾਬ ਹਾਂ। ਜੇ ਅਸੀਂ ਰੱਬੀ ਗੁਣਾਂ ਨੂੰ ਆਪਣੇ ਸਾਥੀ ਬਣਾਉਂਦੇ ਹਾਂ ਤਾਂ ਅਸੀਂ ਮਨ ਔਰ ਤਨ ਕਰਕੇ ਸ਼ਾਂਤ ਹਾਂ। ਇਸ ਲਈ ਜਿਉ ਹਮਾਰਾ ਖੰਨੀਏ, ਗੁਰੂ ਜੀ ਕਹਿੰਦੇ ਨੇ ਮੇਰੀ ਜਿੰਦ ਉਸ ਪ੍ਰਭੂ ਤੋਂ ਹੀ, ਖੰਨੀਏ ਦਾ ਮਤਲਬ ਕੁਰਬਾਨ ਹੈ। ਮੈਂ ਆਪਣੀ ਜਿੰਦ ਉਸ ਪ੍ਰਭੂ ਤੋਂ ਹੀ ਕੁਰਬਾਨ ਕਰਦਾ ਹਾਂ ਜੋ ਸਾਡੇ ਮਨ ਔਰ ਤਨ ਦੇ ਕੰਮ ਆਉਣ ਵਾਲੀ ਅਸਲੀ ਚੀਜ਼ ਹੈ। ਤਾਂ ਜੇ ਅਸੀਂ ਤਨ ਔਰ ਮਨ ਕਰਕੇ ਸੁਖੀ ਔਰ ਸ਼ਾਂਤ ਰਹਿਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣਾ ਆਪਾ ਪ੍ਰਭੂ ਤੋਂ, ਪ੍ਰਭੂ ਦੀ ਰਜ਼ਾ ਤੋਂ ਔਰ ਪ੍ਰਭੂ ਦੇ ਗੁਣਾਂ ਤੋਂ ਕੁਰਬਾਨ ਕਰਨਾ ਚਾਹੀਦਾ ਹੈ। ਸਾਨੂੰ ਪ੍ਰਭੂ ਅੱਗੇ ਸਮਰਪਣ ਕਰਨਾ ਚਾਹੀਦਾ ਹੈ। ਰੱਬੀ ਰਜ਼ਾ ਭਾਣੇ ਵਿੱਚ ਔਰ ਗੁਣਾਂ ਮੁਤਾਬਕ ਜ਼ਿੰਦਗੀ ਜੀਣੀ ਚਾਹੀਦੀ ਹੈ। ਮਹਿਲਾ ਪੰਜਵਾਂ। ਜੇ ਕਰ ਗਹਿ ਪਿਆਰੜੇ, ਤੁਧ ਨਾ ਛੋਡਾਂ ਮੂਲ। ਇਹ ਜੋ ਗਹਿ ਹੈ ਸ਼ਬਦ ਲਿਖਿਆ ਨਾ, ਇਹਨੂੰ ਪੜਨਾ ਹੈ ਗਹਿ। ਕਰ ਦਾ ਮਤਲਬ ਹੈ ਹੱਥ, ਕਰ ਦਾ ਮੀਨਿੰਗ ਹੱਥ, ਗਹਿ ਦਾ ਮਤਲਬ ਜੇ ਤੂੰ ਫੜ ਲੈ, ਮੂਲ ਦਾ ਮਤਲਬ ਮੂਲੋਂ ਹੀ, ਕਦੇ ਵੀ। ਛੋਡਾ ਨਹੀਂ ਪੜਨਾ, ਬਿੰਦੀ ਲਗਾ ਕੇ ਛੋਡਾਂ ਮੈਂ ਛੱਡਾਂ, ਫਸਟ ਪਰਸਨ ਦੀ ਗੱਲ ਹੋ ਰਹੀ ਹੈ। ਜੇ ਕਰ ਗਹਿ ਪਿਆਰੜੇ, ਤੁਧ ਨਾ ਛੋਡਾਂ ਮੂਲ। ਪਿਆਰੜੇ ਦਾ ਮਤਲਬ ਅਤਿਅੰਤ ਪਿਆਰੇ ਪ੍ਰਭੂ। ਕਿ ਹੇ ਪਿਆਰੇ ਪ੍ਰਭੂ, ਜੇ ਤੂੰ ਮੇਰਾ ਹੱਥ ਫੜ ਲੈ ਮੈਂ ਤੈਨੂੰ ਕਦੇ ਵੀ ਨਾ ਛੱਡਾਂ। ਜੇ ਤੂੰ ਮੈਨੂੰ ਆਪਣੇ ਚਰਨਾਂ ਦੀ ਸ਼ਰਨ ਵਿੱਚ ਰੱਖੇ ਮੈਂ ਤੈਨੂੰ ਕਦੇ ਵੀ ਨਾ ਛੱਡਾਂ। ਭਾਵ ਕਿ ਅਸੀਂ ਹਮੇਸ਼ਾ ਪ੍ਰਭੂ ਦੀ ਪ੍ਰੀਤ ਆਪਣੀ ਜ਼ਿੰਦਗੀ ਦੇ ਅੰਦਰ ਰੱਖਣੀ ਹੈ, ਪ੍ਰਭੂ ਦੇ ਨਾਲ ਪਿਆਰ ਕਰਨਾ ਹੈ। ਕਾਰਨ ਕੀ ਹੈ? ਪ੍ਰਭੂ ਦੇ ਨਾਲ ਜੁੜਨ ਦਾ ਕਾਰਨ ਕੀ ਹੈ? ਜੇ ਨਹੀਂ ਜੁੜਾਂਗੇ ਤਾਂ ਫਿਰ ਕੀ ਹੋਏਗਾ? ਤਾਂ ਗੁਰੂ ਜੀ ਕਹਿੰਦੇ ਨੇ ਹਰ ਛੋਡਨ
से दुर्जना पढ़े दोजक कै सूल। सूल ਦਾ ਮਤਲਬ ਦੁੱਖ, ਦੋਜਕ ਦਾ ਮਤਲਬ ਨਰਕ। ਹਿੰਦੂ ਵੀਰ ਨਰਕ ਕਹਿੰਦੇ ਨੇ ਤੇ ਮੁਸਲਮਾਨ ਵੀਰ ਦੋਜਕ ਕਹਿੰਦੇ ਨੇ। ਤੇ ਇਹ ਨਰਕ ਔਰ ਦੋਜਕ ਮਰਨ ਤੋਂ ਬਾਅਦ ਮੰਨਿਆ ਗਿਆ ਹੈ ਕਿ ਮਰਨ ਤੋਂ ਬਾਅਦ ਜੋ ਪਾਪੀ ਲੋਕ ਨੇ ਉਹ ਨਰਕਾਂ ਵਿੱਚ ਪੈਂਦੇ ਨੇ ਜਾਂ ਉਹ ਦੋਜਕ ਵਿੱਚ ਪੈਂਦੇ ਨੇ। ਹੁਣ ਜੋ ਮਰਨ ਤੋਂ ਬਾਅਦ ਵਾਲੇ ਨਰਕ ਸਵਰਗ ਨੇ ਉਹਨਾਂ ਨੂੰ ਗੁਰਬਾਣੀ ਰੱਦ ਕਰਦੀ ਹੈ। ਕਵਨ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਰਾਦੇ ਹਮ ਕਾਹੂ ਕੀ ਕਾਨ ਨਾ ਕੱਢਤੇ, ਆਪਣੇ ਗੁਰ ਪ੍ਰਸਾਦੇ। ਇਸ ਲਈ ਨਰਕ ਕੀ ਹੈ ਇਹ ਆਪਾਂ ਪਿੱਛੇ ਵਿਚਾਰ ਚੁੱਕੇ ਹਾਂ ਕਿ ਜੋ ਦੁੱਖ ਨੇ ਉਹ ਨਰਕ ਨੇ ਜੋ ਵਿਕਾਰਾਂ ਕਰਕੇ ਪੈਦਾ ਹੁੰਦੇ ਨੇ। ਕਾਮ ਕ੍ਰੋਧ ਲੋਭ ਮੋਹ ਆਦਿਕ ਵਿਕਾਰਾਂ ਦੇ ਵਿੱਚ ਫਸ ਕੇ ਜੋ ਦੁੱਖ ਜ਼ਿੰਦਗੀ ਵਿੱਚ ਪੈਦਾ ਕਰਦਾ ਹੈ ਉਹਨੂੰ ਨਰਕ ਕਹਿੰਦੇ ਨੇ। ਤੇ ਜੋ ਸਤ ਸੰਤੋਖ ਦਇਆ ਧਰਮ ਜਾਂ ਰੱਬੀ ਰਜ਼ਾ ਦੇ ਵਿੱਚ ਚੱਲ ਕੇ ਜੀਵਨ ਵਿੱਚ ਸੁਖ ਆਨੰਦ ਪੈਦਾ ਹੁੰਦੇ ਨੇ ਉਹਨਾਂ ਨੂੰ ਹੀ ਸਵਰਗ ਕਿਹਾ ਜਾਂਦਾ ਹੈ। ਹਰ ਛੋੜਨ ਸੇ ਦੁਰਜਨਾ, ਦੁਰਜਨਾ ਦਾ ਮਤਲਬ ਮੰਦ ਕਰਮੀ, ਜਿਹੜੇ ਪ੍ਰਭੂ ਨੂੰ ਛੱਡ ਦਿੰਦੇ ਨੇ, ਰੱਬੀ ਰਜ਼ਾ ਵਿੱਚ ਨਹੀਂ ਤੁਰਦੇ, ਜੋ ਰੱਬ ਦਾ ਪੱਲਾ ਛੱਡ ਦਿੰਦੇ ਨੇ, ਮੀਨਸ ਰੱਬ ਦੇ ਗੁਣਾਂ ਦੇ ਜੋ ਧਾਰਨੀ ਨਹੀਂ ਹੁੰਦੇ। ਤੇ ਦੁਰਜਨਾ ਉਹ ਮੰਦ ਕਰਮੀ ਹੋ ਜਾਂਦੇ ਨੇ, ਉਹ ਖੋਟੇ ਪੁਰਸ਼ ਨੇ, ਮੰਦ ਕਰਮੀ ਨੇ। ਔਰ ਇਹ ਬਿਲਕੁਲ ਇੱਕ ਅਟਲ ਸੱਚਾਈ ਹੈ ਕਿ ਜੇ ਉਹ ਬੰਦਾ ਸੱਚ ਨੂੰ ਛੱਡ ਦੇਗਾ ਉਹ ਝੂਠ ਬੋਲੇਗਾ, ਜੋ ਬੰਦਾ ਪਿਆਰ ਛੱਡ ਦੇਗਾ ਉਹ ਨਫ਼ਰਤ ਕਰੇਗਾ, ਜੋ ਬੰਦਾ ਨਿਮਰਤਾ ਛੱਡ ਦੇਗਾ ਉਹਦੇ ਅੰਦਰ ਈਗੋ ਆ ਜਾਏਗੀ, ਜੋ ਸੰਤੋਖ ਦਾ ਪੱਲਾ ਛੱਡ ਦੇਗਾ ਉਹਦੇ ਅੰਦਰ ਲੋਭ ਆ ਜਾਏਗਾ, ਤਾਂ ਆਟੋਮੈਟਿਕਲੀ ਉਹ ਮਾੜੇ ਕਰਮਾਂ ਵਾਲਾ ਇਨਸਾਨ ਹੋ ਜਾਏਗਾ। ਤਾਂ ਗੁਰੂ ਜੀ ਕਹਿ ਰਹੇ ਨੇ ਜੋ ਰੱਬੀ ਗੁਣਾਂ ਨੂੰ ਛੱਡ ਦਿੰਦੇ ਨੇ ਉਹ ਮੰਦ ਕਰਮੀ ਨੇ ਤੇ ਆਪਣੇ ਉਹਨਾਂ ਮੰਦ ਕਰਮਾਂ ਕਰਕੇ ਪੜ੍ਹੇ ਦੋਜਕ ਕੈ ਸੂਲ, ਉਹ ਦੋਜਕ ਦੀ ਅਸਹਿ ਪੀੜਾ ਸਹਾਰਦੇ ਨੇ, ਭਾਵ ਕਿ ਇਸ ਜ਼ਿੰਦਗੀ ਨੂੰ ਨਰਕ ਬਣਾ ਲੈਂਦੇ ਨੇ ਔਰ ਦੁੱਖ ਸਹਾਰਦੇ ਨੇ। ਉਹਨਾਂ ਦੇ ਜੀਵਨ ਵਿੱਚ ਪਰੇਸ਼ਾਨੀਆਂ ਨੇ, ਮਾਨਸਿਕ ਪਰੇਸ਼ਾਨੀਆਂ ਨੇ, ਉਹ ਆਪਣੇ ਆਪ ਵੀ ਦੁਖੀ ਹੁੰਦੇ ਨੇ ਔਰ ਦੂਜਿਆਂ ਨੂੰ ਵੀ ਦੁਖੀ ਕਰਦੇ ਨੇ। ਆਪਣੇ ਜੀਵਨ ਨੂੰ ਵੀ ਉਹ ਨਰਕ ਬਣਾਉਣਗੇ ਤੇ ਦੂਜਿਆਂ ਦੇ ਜੀਵਨ ਨੂੰ ਵੀ ਉਹ ਨਰਕ ਬਣਾਉਣ ਦਾ ਯਤਨ ਕਰਨਗੇ, ਬਣਾ ਹੀ ਦੇਣਗੇ। ਕੁਝ ਲੋਕਾਂ ਨੇ ਦੇਖੋ ਰਿਸ਼ਵਤਖੋਰੀ, ਚੋਰ ਬਜ਼ਾਰੀ ਜਾਂ 2 ਨੰਬਰ ਦੇ ਧੰਦੇ ਕਰਨ ਵਾਲੇ ਜੋ ਲੋਕ ਨੇ ਉਹਨਾਂ ਨੇ ਆਮ ਜਨਤਾ ਦੀ ਜ਼ਿੰਦਗੀ ਨੂੰ ਵੀ ਨਰਕ ਬਣਾਇਆ ਹੈ ਨਾ, ਚੰਗੇ ਭਲੇ ਲੋਕਾਂ ਦੀ ਜ਼ਿੰਦਗੀ ਨੂੰ ਵੀ ਨਰਕ ਬਣਾਇਆ ਹੋਇਆ ਹੈ। ਜਿਵੇਂ ਜਿਵੇਂ ਕਰਪਸ਼ਨ ਵੱਧਦਾ ਹੈ ਤਿਵੇਂ ਤਿਵੇਂ ਮਹਿੰਗਾਈ ਵੀ ਵੱਧਦੀ ਹੈ ਔਰ ਜੋ ਆਮ ਬੰਦਾ ਹੈ ਖਾਣ ਪੀਣ ਵਾਲੀਆਂ ਚੀਜ਼ਾਂ ਵੀ ਉਹਦੀ ਪਹੁੰਚ ਔਰ ਪਕੜ ਤੋਂ ਦੂਰ ਹੋਈ ਜਾਂਦੀਆਂ ਨੇ। ਇਸ ਤਰ੍ਹਾਂ ਉਹ ਆਪਣੇ ਜੀਵਨ ਨੂੰ ਤੇ ਨਰਕ ਬਣਾਉਂਦੇ ਹੀ ਨੇ, ਦੂਜਿਆਂ ਦੇ ਜੀਵਨ ਨੂੰ ਹੀ ਨਰਕ ਬਣਾ ਲੈਂਦੇ ਨੇ। ਤਾਂ ਗੁਰੂ ਜੀ ਕਹਿੰਦੇ ਨੇ ਜੋ ਹਰੀ ਦੇ ਗੁਣਾਂ ਨੂੰ ਵਿਸਾਰ ਦਿੰਦੇ ਨੇ, ਰੱਬ ਦੀ ਰਜ਼ਾ ਨੂੰ ਛੱਡ ਦਿੰਦੇ ਨੇ, ਉਹ ਮੰਦ ਕਰਮੀ ਨੇ ਔਰ ਉਹ ਦੁੱਖਾਂ ਦੇ ਨਰਕ ਦੀ ਅੱਗ ਹਮੇਸ਼ਾ ਸਹਾਰਦੇ ਨੇ। ਪੌੜੀ ਸਭ ਨਿਧਾਨ ਘਰ ਜਿਸ ਦੈ, ਹਰ ਕਰੇ ਸੋ ਹੋਵੇ। ਸਭ ਦਾ ਮਤਲਬ ਸਾਰੇ, ਘਰ ਜਿਸ ਤੇ ਦਾ ਮਤਲਬ ਜਿਸ ਦੇ ਘਰ ਵਿੱਚ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿਸ ਪ੍ਰਭੂ ਦੇ ਘਰ ਵਿੱਚ ਸਾਰੇ ਖਜ਼ਾਨੇ ਨੇ ਉਹ ਜੋ ਕੁਝ ਕਰਦਾ ਹੈ ਉਹੀ ਜਗਤ ਵਿੱਚ ਹੁੰਦਾ ਹੈ। ਜਿਹਦੇ ਘਰ ਵਿੱਚ ਸਾਰੇ ਸੁੱਖਾਂ ਦੇ ਖਜ਼ਾਨੇ ਨੇ, ਜੋ ਕੁਝ ਉਹ ਕਰਦਾ ਹੈ ਉਹੀ ਹੁੰਦਾ ਹੈ। ਹੁਣ ਇਹ ਚੀਜ਼ ਸਮਝਣ ਵਾਲੀ ਹੈ, ਰੱਬ ਦਾ ਘਰ ਕਿੱਥੇ ਹੈ? ਇਹ ਦੁਨੀਆ ਤੋਂ ਵੱਖਰਾ ਨਹੀਂ ਹੈ। ਇਹ ਜਗ ਸੱਚੇ ਕੀ ਹੈ ਕੋਠੜੀ, ਇਹ ਜਗਤ ਹੀ ਉਸ ਪ੍ਰਭੂ ਦੀ ਕੋਠੜੀ ਹੈ, ਨਿਵਾਸ ਹੈ, ਇਹ ਜਗਤ ਹੀ ਉਹਦਾ ਘਰ ਹੈ। ਤੇ ਇਸ ਜਗਤ ਦੇ ਅੰਦਰ ਸਾਰੇ ਖਜ਼ਾਨੇ ਨੇ, ਜੋ ਵੀ ਸਾਨੂੰ ਜ਼ਿੰਦਗੀ ਜੀਣ ਵਾਸਤੇ ਚਾਹੀਦਾ ਹੈ, ਸੁਖ ਆਰਾਮ ਚੈਨ ਲਈ ਚਾਹੀਦਾ ਹੈ, ਉਹ ਹਰ ਸ਼ੈ ਇਸ ਦੁਨੀਆ ਵਿੱਚ ਮੌਜੂਦ ਹੈ। ਚਾਹੇ ਉਹ ਅੰਨ ਹੈ, ਜਲ ਹੈ, ਹਵਾ ਹੈ, ਪੌਣ ਪਾਣੀ ਹੈ, ਬੇਸੰਤਰ ਹੈ, ਸਾਰਾ ਕੁਝ ਜੋ ਵੀ ਹੈ, ਸਾਰਾ ਕੁਝ ਜੋ ਸਾਨੂੰ ਸੁੱਖਾਂ ਦੇ ਸਾਧਨ ਚਾਹੀਦੇ ਨੇ ਉਹ ਮੌਜੂਦ ਨੇ। ਇਹ ਗੱਲ ਵੱਖਰੀ ਹੈ ਕਿ ਅਸੀਂ ਉਹਨਾਂ ਸਾਧਨਾਂ ਨੂੰ ਗੰਧਲਾ ਕਰ ਲਿਆ ਹੈ ਜਾਂ ਸਾਡੇ ਜੀਵਨ ਦਾ ਢੰਗ ਤਰੀਕਾ ਠੀਕ ਨਹੀਂ ਹੈ, ਦੁਰਵਰਤੋਂ ਕਰਕੇ ਅਸੀਂ ਨਰਕ ਆਪਣੇ ਜੀਵਨ ਨੂੰ ਬਣਾ ਲਿਆ। ਇਹ ਇੱਕ ਵੱਖਰਾ ਟੌਪਿਕ ਹੈ, ਪਰ ਉਹਦੇ ਘਰ ਦੇ ਅੰਦਰ ਸਾਰਾ ਕੁਝ ਮੌਜੂਦ ਹੈ, ਪਹਿਲੀ ਗੱਲ। ਫਿਰ ਜੋ ਕੁਝ ਉਹ ਕਰਦਾ ਹੈ ਉਹ ਹੀ ਹੁੰਦਾ ਹੈ, ਯਾਨੀ ਜੋ ਕਰਦਾ ਹੈ ਰੱਬੀ ਰਜ਼ਾ ਹੈ, ਭਾਣਾ ਹੈ, ਜਾਂ ਸਿਸਟਮ ਕਹੀਏ ਜਾਂ ਲਾ ਆਫ ਨੇਚਰ ਕਹੀਏ, ਉਹੀ ਕੁਛ ਇਸ ਜਗਤ ਦੇ ਅੰਦਰ ਹੁੰਦਾ ਹੈ ਜੋ ਨਿਯਮਾਵਲੀ ਹੈ।
ਉਹੀ ਕੁਛ ਹੋ ਰਿਹਾ, ਉਸ ਨਿਯਮਾਵਲੀ ਤੋਂ ਬਾਹਰ ਕੁਛ ਨਹੀਂ ਕੀਤਾ ਜਾ ਸਕਦਾ। ਤੇ ਨਿਯਮਾਵਲੀ ਦੇ ਅੰਦਰ ਰਹਿ ਕੇ, ਹੁਕਮ ਦੇ ਅੰਦਰ ਰਹਿ ਕੇ, ਸਿਸਟਮ ਦੇ ਅੰਦਰ ਰਹਿ ਕੇ ਜਿੰਨੇ ਵੀ ਤੁਸੀਂ ਸੁੱਖ ਚਾਹੁੰਦੇ ਹੋ ਉਹ ਪੈਦਾ ਕਰ ਸਕਦੇ ਹੋ, ਪਹਿਲੀ ਗੱਲ। ਦੂਜੀ ਗੱਲ, ਪ੍ਰਭੂ ਦਾ ਘਰ ਸਾਡੇ ਹਿਰਦੇ ਦੇ ਅੰਦਰ ਹੈ। ਘਟ ਘਟ ਮੈਂ ਹਰ ਜੂ ਵਸੈ, ਹਰ ਇੱਕ ਦੇ ਅੰਦਰ ਉਹ ਵਸ ਰਿਹਾ ਹੈ, ਮੇਰੇ ਵਿੱਚ ਵੀ ਔਰ ਤੁਹਾਡੇ ਵਿੱਚ ਵੀ। ਤਾਂ ਇਹਦਾ ਮਤਲਬ ਸਾਰੇ ਸੁੱਖਾਂ ਦੇ ਖਜ਼ਾਨੇ ਮੇਰੇ ਅੰਦਰ ਮੌਜੂਦ ਨੇ, ਤੁਹਾਡੇ ਅੰਦਰ ਮੌਜੂਦ ਨੇ। ਜਿਹੜੀਆਂ ਚੀਜ਼ਾਂ ਨਾਲ ਅਸੀਂ ਖੁਸ਼ ਰਹਿਣਾ ਹੈ ਨਾ, ਉਹ ਗੁਣ ਸਾਡੇ ਸਾਰਿਆਂ ਵਿੱਚ ਮੌਜੂਦ ਨੇ। ਸੱਚਾਈ, ਨਿਰਭੈਤਾ, ਨਿਰਵੈਰਤਾ, ਦਇਆ, ਪਿਆਰ, ਮੁਹੱਬਤ, ਇਨਸਾਨੀਅਤ, ਇਹ ਸਾਰੇ ਗੁਣ ਸਾਡੇ ਅੰਦਰ ਮੌਜੂਦ ਨੇ। ਦਿਮਾਗ ਸਾਡੇ ਕੋਲ ਹੈ, ਅਸੀਂ ਚੰਗਾ ਸੋਚ ਸਕਦੇ ਹਾਂ, ਅੱਖਾਂ ਨਾਲ ਅਸੀਂ ਵੇਖ ਸਕਦੇ ਹਾਂ, ਹੱਥਾਂ ਨਾਲ ਕਰ ਸਕਦੇ ਹਾਂ। ਸਾਡੇ ਅੰਦਰ ਬਹੁਤ ਵੱਡੀਆਂ ਪੋਸੀਬਿਲਿਟੀਜ਼ ਨੇ, ਅਸੀਂ ਆਪਣੀ ਸੋਚ ਨੂੰ ਵਿਸ਼ਾਲ ਕਰ ਸਕਦੇ ਹਾਂ। ਕਿੰਨਾ ਕੁਛ ਅਸੀਂ ਕਰ ਸਕਦੇ ਹਾਂ ਨਾ। ਯਾਨੀ ਸਾਰੇ ਸੁੱਖਾਂ ਦੇ, ਖੁਸ਼ੀਆਂ ਦੇ, ਆਨੰਦ ਦੇ ਖਜ਼ਾਨੇ ਸਾਡੇ ਅੰਦਰ ਨੇ। ਹਰ ਕਰੇ ਸੋ ਹੋਵੇ, ਪਰ ਹੁੰਦਾ ਉਹ ਹੈ ਜੋ ਹਰੀ ਕਰਦਾ ਹੈ। ਯਾਨੀ ਰਜਾ ਦੇ ਵਿੱਚ, ਭਾਣੇ ਦੇ ਵਿੱਚ, ਸਿਸਟਮ ਦੇ ਅੰਦਰ। ਹੁਣ ਮਿਲੇਗਾ ਉਹ ਜੋ ਅਸੀਂ ਸਿਸਟਮ ਦੇ ਅੰਦਰ ਵਰਤੋਂ ਕਰਾਂਗੇ। ਸਾਡੇ ਅੰਦਰ ਤੇ ਸੱਚ ਹੈ, ਸੱਚ ਬੋਲੀਏ, ਸਾਨੂੰ ਸੱਚ ਦਾ ਜਿਹੜਾ ਹੈ ਖੁਸ਼ੀ ਵੀ ਸੱਚ ਰਾਹੀਂ ਜੋ ਪੈਦਾ ਹੋਣੀ ਉਹ ਮਿਲੇਗੀ। ਪਰ ਹੋਣਾ ਤੇ ਉਹ ਹੈ ਨਾ ਜੋ ਸਿਸਟਮ ਵਿੱਚ ਹੈ। ਹੁਣ ਅਸੀਂ ਝੂਠ ਬੋਲ ਰਹੇ ਹਾਂ ਤਾਂ ਫਿਰ ਸਿਸਟਮ ਵਿੱਚ ਸਾਨੂੰ ਫਲ ਤੇ ਝੂਠ ਦਾ ਮਿਲਣਾ ਹੈ ਨਾ। ਸਾਡੇ ਅੰਦਰ ਪ੍ਰੇਮ ਤੇ ਹੈ, ਪਰ ਹੁਣ ਅਸੀਂ ਵਰਤ ਰਹੇ ਹਾਂ ਈਰਖਾ, ਅਸੀਂ ਇੱਕ ਦੂਜੇ ਨਾਲ ਜੈਲਸੀ ਕਰ ਰਹੇ ਹਾਂ, ਤਾਂ ਸਿਸਟਮ ਦੇ ਅੰਦਰ ਫਿਰ ਜੈਲਸੀ ਵਾਲਾ ਫਲ ਹੀ ਮਿਲੇਗਾ ਨਾ। ਜੇ ਪ੍ਰੇਮ ਨੂੰ ਵਰਤਾਂਗੇ ਤੇ ਪ੍ਰੇਮ ਵਾਲਾ ਮਿਲੇਗਾ, ਕਿਉਂਕਿ ਸਿਸਟਮ ਦੇ ਵਿੱਚ ਹੋਣਾ ਹੈ, ਸਿਸਟਮ ਤੋਂ ਉਲਟ ਨਹੀਂ। ਜੇ ਅਸੀਂ ਚਾਹੀਏ ਕਿ ਅੰਦਰ ਜੋ ਸ਼ੁਭ ਗੁਣ ਨੇ ਉਹਨਾਂ ਦੀ ਵਰਤੋਂ ਅਸੀਂ ਨਾ ਕਰੀਏ, ਚੰਗੀ ਜ਼ਿੰਦਗੀ ਨਾ ਜੀਵੀਏ, ਤੇ ਚਾਹੀਏ ਅਸੀਂ ਸਾਨੂੰ ਖੁਸ਼ੀ ਮਿਲੇ, ਸਫਲਤਾ ਮਿਲੇ, ਤਾਂ ਇਹ ਕਦੇ ਨਹੀਂ ਹੋਣਾ। ਤਾਂ ਉਸ ਪ੍ਰਭੂ ਦੇ ਘਰ ਦੇ ਅੰਦਰ ਸਾਰਾ ਕੁਝ ਹੈ, ਲੇਕਿਨ ਹੁੰਦਾ ਉਹ ਹੈ ਜੋ ਉਹ ਕਰਦਾ ਹੈ, ਭਾਵ ਉਹਦੇ ਹੁਕਮ ਦੇ ਅੰਦਰ ਸਾਰਾ ਕੁਝ ਹੋ ਰਿਹਾ ਹੈ। ਜਪ ਜਪ ਜੀਵਹਿ ਸੰਤ ਜਨ, ਪਾਪਾਂ ਮਲ ਧੋਵੈ। ਇਸ ਪਾਪਾਂ ਨੂੰ ਬਿੰਦੀ ਲਾ ਕੇ ਪੜਾਂਗੇ, ਪਾਪਾਂ। ਜਪ ਜਪ ਜੀਵਹਿ, ਇੱਥੇ ਬਿੰਦੀ ਲਗਾ ਕੇ ਪੜਾਂਗੇ ਜੀਵਹਿ, ਕਿਉਂਕਿ ਇਹ ਬਹੁਵਚਨੀ ਸ਼ਬਦ ਹੈ। ਸੰਤ ਜਨ ਦਾ ਮਤਲਬ ਜੋ ਪ੍ਰਭੂ ਦੇ ਪਿਆਰੇ ਨੇ। ਜਪ ਦਾ ਮਤਲਬ ਹੁੰਦਾ ਹੈ ਜਾਣਨਾ, ਸਾਂਝ ਪਾਣੀ। ਜੋ ਪ੍ਰਭੂ ਦੇ ਪਿਆਰੇ ਨੇ ਉਹ ਪ੍ਰਭੂ ਦੇ ਨਾਲ ਸਾਂਝ ਪਾਉਂਦੇ ਨੇ, ਭਾਵ ਉਹਦੇ ਗੁਣਾਂ ਨੂੰ ਇੰਪਲੀਮੈਂਟ ਕਰਦੇ ਨੇ ਜ਼ਿੰਦਗੀ ਵਿੱਚ। ਉਹ ਪ੍ਰਭੂ ਦੇ ਗੁਣ ਗਾਉਂਦੇ ਨੇ, ਸਿਫਤ ਸਲਾਹ ਕਰਦੇ ਨੇ, ਮਨ ਬਚਨ ਕਰਮ ਕਰਕੇ। ਉਹਨਾਂ ਦੀ ਮਾਨਸਿਕਤਾ ਵਿੱਚ ਰੱਬੀ ਗੁਣ ਨੇ, ਉਹਨਾਂ ਦੇ ਬੋਲ ਗੁਣਾਂ ਵਾਲੇ ਨੇ, ਉਹਨਾਂ ਦਾ ਬਿਹੇਵੀਅਰ ਗੁਣਾਂ ਵਾਲਾ ਹੈ। ਉਹ ਆਤਮਿਕ ਜੀਵਨ ਜੀਂਦੇ ਨੇ, ਅਸਲੀ ਜ਼ਿੰਦਗੀ ਉਹ ਜੀ ਰਹੇ ਨੇ ਜੋ ਰੱਬ ਦੇ ਪਿਆਰੇ ਨੇ, ਰੱਬੀ ਗੁਣਾਂ ਦੇ ਜੋ ਧਾਰਨੀ ਨੇ। ਉਹ ਅਸਲੀ ਜ਼ਿੰਦਗੀ ਜੀ ਰਹੇ ਨੇ, ਆਤਮਿਕ ਜ਼ਿੰਦਗੀ ਜੀ ਰਹੇ ਨੇ, ਖੁਸ਼ੀ ਨੇ, ਉਹ ਚੜ੍ਹਦੀ ਕਲਾ ਵਿੱਚ ਨੇ। ਉਹਨਾਂ ਦੇ ਅੰਦਰ ਸ਼ਾਂਤੀ ਹੈ, ਖੇੜਾ ਹੈ, ਇਨਸਾਨੀਅਤ ਹੈ, ਪਿਆਰ ਮੁਹੱਬਤ ਹੈ, ਉਹ ਪਰਮ ਸ਼ਾਂਤ ਨੇ, ਅਸਲੀ ਜ਼ਿੰਦਗੀ ਉਹ ਜੀ ਰਹੇ ਨੇ। ਪਾਪਾਂ ਮਲ ਧੋਵੈ, ਕਿਉਂਕਿ ਪ੍ਰਭੂ ਦੇ ਪਿਆਰੇ, ਪ੍ਰਭੂ ਦੇ ਗੁਣ ਗਾਉਂਦੇ ਹੋਏ ਜ਼ਿੰਦਗੀ ਜੀ ਰਹੇ ਨੇ, ਇਸ ਲਈ ਰੱਬ ਉਹਨਾਂ ਦੀ ਪਾਪਾਂ ਦੀ ਮੈਲ ਧੋ ਦਿੰਦਾ ਹੈ। ਰੱਬ ਉਹਨਾਂ ਦੇ ਪਾਪਾਂ ਦੀ ਮੈਲ ਧੋ ਦਿੰਦਾ ਹੈ। ਹੁਣ ਦੇਖੋ, ਇਹ ਰੱਬੀ ਹੁਕਮ ਦੇ ਵਿੱਚ ਹੈ ਕਿ ਜੇ ਅਸੀਂ ਗੁਣਾਂ ਦੇ ਨਾਲ ਜੁੜਾਂਗੇ, ਗੁਣਾਂ ਵਾਲੇ ਬੋਲ ਬੋਲਾਂਗੇ, ਗੁਣਾਂ ਵਾਲਾ ਬਿਹੇਵੀਅਰ ਕਰਾਂਗੇ, ਤਾਂ ਜੋ ਪਾਪ ਕਰਮ ਨੇ ਉਹ ਆਪੇ ਹੀ ਖਤਮ ਹੁੰਦੇ ਜਾਣਗੇ, ਧੁੱਪਦੇ ਜਾਣਗੇ, ਮਿਟਦੇ ਜਾਣਗੇ, ਮੈਲ ਅੰਦਰ ਰਹੇਗੀ ਨਹੀਂ। ਚਰਨ ਕਮਲ ਹਿਰਦੈ ਵਸੈ, ਸੰਕਟ ਸਭ ਖੋਵੈ। ਸੰਕਟ ਦਾ ਮਤਲਬ ਕਲ ਕਲੇਸ਼। ਚਰਨ ਕਮਲ ਹਿਰਦੈ ਵਸੈ, ਜਿਨ੍ਹਾਂ ਦੇ ਹਿਰਦੇ ਅੰਦਰ ਪ੍ਰਭੂ ਦੇ ਚਰਨ ਕਮਲ ਵਸਦੇ ਨੇ। ਚਰਨ ਕਮਲ ਦਾ ਮਤਲਬ ਕਮਲ ਵਰਗੇ ਸੋਹਣੇ ਚਰਨ। ਹੁਣ ਦੇਖੋ, ਰੱਬ ਦੇ ਕੋਈ ਪੈਰ ਤਾਂ ਹੈ ਨਹੀਂ। ਜੇ ਅਸੀਂ ਕਹੀਏ ਕਿ ਰੱਬ ਦੇ ਵਿਸ਼ੇਸ਼ ਪੈਰ ਨੇ, ਕਿਉਂਕਿ ਉਹਦਾ ਵਿਸ਼ੇਸ਼ ਸਰੀਰ ਨਹੀਂ ਹੈ, ਇਸ ਲਈ ਉਹਦੇ ਕੋਈ ਵਿਸ਼ੇਸ਼ ਪੈਰ ਨਹੀਂ। ਬਾਕੀ ਆ ਜਿੰਨੇ ਸਾਡੇ ਪੈਰ ਨੇ, ਸਾਰੇ ਰੱਬ ਦੇ ਹੀ ਪੈਰ ਨੇ, ਸਰਗੁਣ ਸਰੂਪ ਦੇ ਅੰਦਰ। ਸਹਿਜ ਤਵ ਨੈਣ, ਕਿ ਵੈਸੇ ਤੇਰੀਆਂ ਕੋਈ ਅੱਖਾਂ ਨਹੀਂ, ਵਿਸ਼ੇਸ਼ ਅੱਖਾਂ ਨਹੀਂ, ਤੇ ਰੱਬ ਦੀਆਂ ਅੱਖਾਂ ਐਵੇਂ ਦੀਆਂ ਨੇ। ਪਰ ਆ ਜਿੰਨੀਆਂ ਵੀ ਅੱਖਾਂ ਨੇ, ਇਹ ਪ੍ਰਭੂ ਤੇਰੀਆਂ ਹੀ ਅੱਖਾਂ ਨੇ, ਇਹਨਾਂ ਵਿੱਚ ਤੂੰ ਹੀ ਵੇਖ ਰਿਹਾ। ਸਹਿਜ ਤਵ ਨੈਣ, ਨਨ ਨੈਣ ਹੈ ਤੋਹੇ ਕੋ, ਸਹਿਜ ਮੂਰਤ,
नना एक तो ही। वैसे तेरी कोई हस्ती नहीं है, अपनी शक्ल नहीं है, पर जिन्नियां अशकलां ने इन्हां सारियां शक्लां विच तू ही है, तेरियां ही ये शक्लां ने। वैसे तेरे कोई पैर नहीं, पर जिन्ने भी आ सोहणे सोहणे पैर ने ये तेरे ही ने। इत्थे चरण कमल ਦਾ ਮਤਲਬ ਹੈ ਰੱਬ ਦੇ ਗੁਣ। ਰੱਬ ਦੇ ਗੁਣ ਜਿਨ੍ਹਾਂ ਦੇ ਹਿਰਦੇ ਵਿੱਚ, ਹਿਰਦੇ ਦਾ ਮਤਲਬ ਸੋਚ, ਜਿਨ੍ਹਾਂ ਦੀ ਸੋਚ ਵਿੱਚ ਰੱਬ ਦੇ ਗੁਣ ਵਸ ਜਾਂਦੇ ਨੇ, ਸੰਕਟ ਸਭ ਖੋਵੈ, ਰੱਬ ਉਹਨਾਂ ਦੇ ਸਾਰੇ ਕਲੇਸ਼ ਦੂਰ ਕਰ ਦਿੰਦਾ ਹੈ। ਉਹਨਾਂ ਦੇ ਸਾਰੇ ਕਲੇਸ਼ ਦੂਰ ਕਰ ਦਿੰਦਾ ਹੈ, ਉਹਨਾਂ ਦੀ ਜ਼ਿੰਦਗੀ ਵਿੱਚ ਕਲੇਸ਼ ਨਹੀਂ ਰਹਿੰਦਾ, ਜਿਨ੍ਹਾਂ ਦੇ ਹਿਰਦੇ ਵਿੱਚ ਰੱਬੀ ਗੁਣ ਵਸ ਜਾਂਦੇ ਨੇ। ਹੁਣ ਇਹ ਚੀਜ਼ ਨੂੰ ਅਸੀਂ ਆਪਣੇ ਤਜਰਬੇ ਤੋਂ ਵੀ ਦੇਖ ਸਕਦੇ ਹਾਂ ਕਿ ਜੋ ਅਸੀਂ ਬੋਲਦੇ ਹਾਂ, ਜੋ ਅਸੀਂ ਸੁਣਦੇ ਹਾਂ, ਜਿਨ੍ਹਾਂ ਦੀ ਜ਼ਿੰਦਗੀ ਵਿੱਚ ਚੰਗੇ ਗੁਣ ਨੇ, ਸਾਡੇ ਅੜੋਸ ਪੜੋਸ ਵਿੱਚ, ਸਮਾਜ ਵਿੱਚ, ਰਿਸ਼ਤੇਦਾਰਾਂ, ਸੱਜਣਾ ਮਿੱਤਰਾਂ, ਭੈਣਾਂ ਭਰਾਵਾਂ ਵਿੱਚ ਜੋ ਚੰਗੇ ਗੁਣਾਂ ਵਾਲੀ ਜ਼ਿੰਦਗੀ ਜੀ ਰਹੇ ਨੇ, ਉਹਨਾਂ ਦੀ ਜ਼ਿੰਦਗੀ ਵਿੱਚ ਸੰਕਟ ਨਹੀਂ ਹੈ, ਕਲੇਸ਼ ਨਹੀਂ ਹੈ, ਉਹ ਸ਼ਾਂਤ ਨੇ। ਬੜੇ ਐਸੇ ਲੋਕ ਮਿਲ ਜਾਂਦੇ ਨੇ ਜੋ ਬੜੇ ਸ਼ਾਂਤ ਨੇ, ਕਿਉਂਕਿ ਉਹਨਾਂ ਦੀ ਜ਼ਿੰਦਗੀ ਵਿੱਚ ਔਗਣ ਨਹੀਂ ਹੈ ਕੋਈ ਵੀ। ਤਾਂ ਗੁਰੂ ਜੀ ਕਹਿੰਦੇ ਨੇ ਜਿਨ੍ਹਾਂ ਦੇ ਹਿਰਦੇ ਵਿੱਚ ਰੱਬੀ ਗੁਣ ਵਸ ਜਾਂਦੇ ਨੇ, ਰੱਬ ਉਹਨਾਂ ਦੇ ਕਲੇਸ਼ ਖਤਮ ਕਰ ਦਿੰਦਾ ਹੈ। ਸੁਖਮਨੀ ਸਾਹਿਬ ਵਿੱਚ ਵੀ ਅਸੀਂ ਵਿਚਾਰਿਆ ਸੀ ਨਾ, ਸਿਮਰੋਂ ਸਿਮਰ ਸਿਮਰ ਸੁਖ ਪਾਵੋਂ, ਕਲ ਕਲੇਸ਼ ਤਨ ਮਾਹੇ ਮਿਟਾਵੋਂ। ਕਿ ਮੈਂ ਰੱਬੀ ਗੁਣਾਂ ਨੂੰ ਯਾਦ ਕਰਦਾ ਹਾਂ, ਰੱਬੀ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਵਸਾਉਂਦਾ ਹਾਂ, ਰੱਬੀ ਗੁਣਾਂ ਮੁਤਾਬਕ ਜ਼ਿੰਦਗੀ ਜੀਂਦਾ ਹਾਂ ਤੇ ਆਪਣੇ ਕਲ ਕਲੇਸ਼ ਤਨ ਚੋਂ ਮਿਟਾ ਲੈਂਦਾ ਹਾਂ। ਤਾਂ ਇਥੋਂ ਸਾਨੂੰ ਇੱਕ ਬਹੁਤ ਪੋਜ਼ਿਟਿਵ ਸੋਚ ਮਿਲ ਰਹੀ ਹੈ ਕਿ ਜੇ ਬਾਈ ਦੀ ਵੇ ਕਿਤੇ ਸਾਡੀ ਜ਼ਿੰਦਗੀ ਵਿੱਚ ਕਲ ਕਲੇਸ਼ ਨੇ, ਤਾਂ ਅਸੀਂ ਉਹਨਾਂ ਨੂੰ ਖਤਮ ਕਰ ਸਕਦੇ ਹਾਂ ਰੱਬੀ ਗੁਣਾਂ ਦੇ ਧਾਰਨੀ ਹੋ ਕੇ। ਗੁਰ ਪੂਰਾ ਜਿਸ ਭੇਟੀਐ, ਮਰ ਜਨਮ ਨਾ ਰੋਵੈ। ਭੇਟੀਏ ਦਾ ਮਤਲਬ ਮਿਲੇ। ਹੁਣ ਐਸੀ ਜ਼ਿੰਦਗੀ ਕਿਹਨੂੰ ਮਿਲਦੀ ਹੈ? ਰੱਬੀ ਗੁਣ ਕਿਹਨੂੰ ਮਿਲਦੇ ਨੇ? ਗੁਰ ਪੂਰਾ ਜਿਸ ਭੇਟੀਐ, ਜਿਹਨੂੰ ਪੂਰਾ ਗੁਰੂ ਮਿਲ ਪੈਂਦਾ ਹੈ, ਜੋ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ, ਜੋ ਗਿਆਨ ਗੁਰੂ ਦੀ ਅਗਵਾਈ ਵਿੱਚ ਜ਼ਿੰਦਗੀ ਜੀਂਦਾ ਹੈ। ਮਰ ਜਨਮ ਨਾ ਰੋਵੈ, ਉਹ ਇਨਸਾਨ ਪਸ਼ੂ ਬਿਰਤੀਆਂ ਵਿੱਚ ਨਹੀਂ ਪੈਂਦਾ। ਨਾ ਰੋਵੇ ਦਾ ਮਤਲਬ ਉਹ ਰੋਂਦਾ ਵੀ ਨਹੀਂ ਹੈ, ਦੁਖੀ ਵੀ ਨਹੀਂ ਹੁੰਦਾ, ਨਾ ਉਹ ਪਸ਼ੂ ਬਿਰਤੀਆਂ ਵਿੱਚ ਪੈਂਦਾ ਹੈ, ਨਾ ਉਹ ਦੁਖੀ ਹੋ ਕੇ ਰੋਂਦਾ ਹੈ। ਕਿਉਂਕਿ ਸਾਡੀ ਜ਼ਿੰਦਗੀ ਵਿੱਚ ਰੋਣਾ ਔਰ ਕਲੇਸ਼ ਪਸ਼ੂ ਬਿਰਤੀਆਂ ਕਰਕੇ। ਸਾਡੇ ਅੰਦਰ ਜਿੰਨੀਆਂ ਵੀ ਪਸ਼ੂ ਬਿਰਤੀਆਂ ਨੇ ਨਾ, ਉਹਨਾਂ ਕਰਕੇ ਦੁੱਖ ਹੈ। ਕਰਤੂਤ ਪਸ਼ੂ ਕੀ ਮਾਨਸ ਜਾਤ, ਚਾਹੇ ਉਹ ਲੋਭ ਹੈ, ਚਾਹੇ ਉਹ ਅਹੰਕਾਰ ਹੈ, ਈਰਖਾ ਹੈ, ਵੈਰ ਵਿਰੋਧ ਨੇ, ਇਹਨਾਂ ਕਰਕੇ ਹੀ ਸਾਡੀ ਜ਼ਿੰਦਗੀ ਵਿੱਚ ਰੋਣਾ ਹੈ ਨਾ, ਇਹਨਾਂ ਕਰਕੇ ਦੁੱਖ ਹੈ। ਤੇ ਜੇ ਇਸ ਦੁਨੀਆ ਵਿੱਚ, ਸਮਾਜ ਵਿੱਚ, ਪਰਿਵਾਰਾਂ ਵਿੱਚ ਇਹ ਔਗਣ ਨਾ ਹੋਣ, ਸਿਰਫ ਬੰਦਾ ਗੁਣਾਂ ਦਾ ਧਾਰਨੀ ਹੋਵੇ, ਤਾਂ ਫਿਰ ਦੁੱਖ ਹੈ ਹੀ ਨਹੀਂ, ਫਿਰ ਤਾਂ ਹਾਸਾ ਹੀ ਹੈ, ਫਿਰ ਤਾਂ ਖੇੜਾ ਹੀ ਹੈ, ਪ੍ਰਸੰਨਤਾ ਹੀ ਹੈ। ਜੇ ਹਰ ਬੰਦਾ ਸੱਚ ਬੋਲੇ, ਹਰ ਬੰਦਾ ਇੱਕ ਦੂਜੇ ਦਾ ਸਹਿਯੋਗ ਕਰੇ, ਹਰ ਇੱਕ ਦੂਜੇ ਦੇ ਨਾਲ ਪਿਆਰ ਮੁਹੱਬਤ ਕਰੇ, ਇਮਾਨਦਾਰੀ ਵਾਲੀ ਜ਼ਿੰਦਗੀ ਜੀਵੇ, ਤਾਂ ਦੁਨੀਆ ਵਿੱਚ ਕਲੇਸ਼ ਤੇ ਹੈ ਹੀ ਨਹੀਂ। ਫਿਰ ਕਲੇਸ਼ ਤਾਂ ਅਸੀਂ ਸਹਿੜਿਆ ਹੋਇਆ ਹੈ। ਤੇ ਗੁਰੂ ਜੀ ਸਾਡੀ ਜ਼ਿੰਦਗੀ ਦੇ ਵਿੱਚੋਂ ਔਗਣਾਂ ਨੂੰ ਹੀ ਮਿਟਾਉਂਦੇ ਨੇ, ਪਾਪਾਂ ਅਪਰਾਧਾਂ ਨੂੰ ਹੀ ਖਤਮ ਕਰਦੇ ਨੇ। ਗੁਰੂ ਦੇ ਨਾਲ ਜੁੜਨ ਦਾ ਮੀਨਿੰਗ ਹੀ ਇਹ ਹੈ ਕਿ ਅਸੀਂ ਆਪਣੀ ਜ਼ਿੰਦਗੀ ਚੋਂ ਔਗਣਾਂ ਨੂੰ ਖਤਮ ਕਰਕੇ ਗੁਣਾਂ ਦੇ ਧਾਰਨੀ ਹੋਣਾ ਹੈ। ਫਿਰ ਉਹ ਬੰਦੇ ਦੀ ਜੀਵਨ ਚੋਂ ਭਟਕਣਾ ਮਿਟ ਜਾਏਗੀ, ਉਹ ਪਸ਼ੂ ਬਿਰਤੀਆਂ ਵਿੱਚ ਨਹੀਂ ਪਏਗਾ, ਔਰ ਉਹ ਬੰਦਾ ਕਦੇ ਵੀ ਰੋਵੇਗਾ ਨਹੀਂ। ਪ੍ਰਭ ਦਰਸ ਪਿਆਸ ਨਾਨਕ ਘਣੀ, ਕਿਰਪਾ ਕਰ ਦੇਵੈ। ਗੁਰੂ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਪ੍ਰਭੂ ਦੇ ਦਰਸ਼ਨ ਦੀ ਤਾਂਘ ਨਾਨਕ ਨੂੰ ਵੀ ਬੜੀ ਤੀਬਰ ਹੈ। ਗੁਰੂ ਜੀ ਕਹਿ ਰਹੇ ਨੇ ਮੈਨੂੰ ਵੀ ਪ੍ਰਭੂ ਦੇ ਦਰਸ਼ਨ ਦੀ ਬੜੀ ਤਾਂਘ ਹੈ ਕਿ ਮੈਂ ਵੀ ਪ੍ਰਭੂ ਨੂੰ ਹਰ ਇੱਕ ਦੇ ਅੰਦਰ ਵੇਖ ਸਕਾਂ, ਹਰ ਇੱਕ ਦੇ ਅੰਦਰ ਹਰ ਥਾਂ ਤੇ ਅਨੁਭਵ ਕਰ ਸਕਾਂ, ਉਸ ਪ੍ਰਭੂ ਦੀ ਰਜ਼ਾ ਭਾਣੇ ਦੇ ਵਿੱਚ ਤੁਰ ਸਕਾਂ। ਕਿਰਪਾ ਕਰ ਦੇਵੈ, ਉਹ ਮਿਹਰ ਕਰਕੇ ਆਪ ਹੀ ਆਪਣਾ ਦੀਦਾਰ ਦਿੰਦਾ ਹੈ। ਜੋ ਪ੍ਰਭੂ ਦੀ ਸ਼ਰਨ ਵਿੱਚ ਚਲਾ ਜਾਂਦਾ ਹੈ ਨਾ, ਰੱਬ ਉਹਨੂੰ ਆਪ ਇਹ ਨਜ਼ਰੀਆ ਬਖਸ਼ਿਸ਼ ਕਰਦਾ ਹੈ, ਫਿਰ ਉਹ ਚਾਰ ਚਫੇਰੇ ਉਸ ਰੱਬ ਨੂੰ ਵੇਖ ਸਕਦਾ ਹੈ। ਹੁਣ ਸਭ ਤੋਂ ਪਹਿਲੀ ਗੱਲ ਤੇ ਇਹ ਹੈ ਕਿ ਅਸੀਂ ਆਪਣੇ ਜੀਵਨ ਵਿੱਚ ਇਹ ਤਾਂਘ ਪੈਦਾ ਕਰਨੀ ਹੈ ਕਿ ਮੈਂ ਰੱਬ ਦੇ ਦਰਸ਼ਨ ਕਰਨੇ ਨੇ। ਤੇ ਦਰਸ਼ਨ ਨੂੰ ਸਮਝ ਲੈਣਾ, ਦਰਸ਼ਨ ਦਾ ਮਤਲਬ ਇਹ ਨਹੀਂ ਕਿ ਰੱਬ 7ਵੇਂ 8ਵੇਂ ਆਸਮਾਨ ਚੋਂ ਆ ਕੇ ਮੇਰੇ ਸਾਹਮਣੇ ਖਲੋ ਕੇ ਦਰਸ਼ਨ ਦੇਵੇਗਾ। ਇਸ ਕੁਦਰਤ ਦੇ ਵਿੱਚੋਂ ਦਰਸ਼ਨ ਕਰਨੇ ਨੇ, ਕੁਦਰਤ ਕਰਕੇ ਵਸਿਆ ਸੋ। ਘਟ 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 ਮੈਂ ਹਰਜੂ ਬਸੈ,
ਜੋ ਦਿਸੈ ਸੋ ਤੇਰਾ ਰੂਪ, ਇਹ ਵਿਸ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ। ਆ ਜੋ ਕੁਛ ਦਿਸ ਰਿਹਾ ਹੈ ਇਹ ਸਾਰਾ ਉਸ ਪ੍ਰਭੂ ਦਾ ਹੀ ਰੂਪ ਹੈ। ਜੇਤਾ ਕੀਤਾ ਤੇਤਾ ਨਾਉ, ਨਾਉ ਦਾ ਮਤਲਬ ਸਰੂਪ, ਕਿ ਜਿੰਨਾ ਵੀ ਆ ਪ੍ਰਭੂ ਨੇ ਪੈਦਾ ਕੀਤਾ ਹੈ ਨਾ ਸੰਸਾਰ, ਉਸੇ ਦਾ ਰੂਪ ਹੈ। ਪਰ ਹੁਣ ਸਾਡੀ ਪ੍ਰੋਬਲਮ ਇਹ ਹੈ ਕਿ ਅਸੀਂ ਇਹਨੂੰ ਰੱਬ ਦੇ ਰੂਪ ਵਿੱਚ ਵੇਖ ਨਹੀਂ ਰਹੇ, ਅਸੀਂ ਇਹਦੇ ਦਰਸ਼ਨ ਰੱਬ ਦੇ ਰੂਪ ਵਿੱਚ ਨਹੀਂ ਨਾ ਕਰ ਰਹੇ। ਹੁਣ ਤੁਸੀਂ ਮੇਰੇ ਸਾਹਮਣੇ ਬੈਠੇ ਹੋ, ਮੈਂ ਤੁਹਾਡੇ ਦਰਸ਼ਨ ਤੇ ਕਰ ਰਿਹਾ, ਵੇਖ ਤਾਂ ਮੈਂ ਤੁਹਾਨੂੰ ਰਿਹਾ ਹਾਂ, ਪਰ ਮੈਂ ਤੁਹਾਨੂੰ ਰੱਬ ਦੇ ਰੂਪ ਵਿੱਚ ਨਹੀਂ ਨਾ ਵੇਖ ਪਾ ਰਿਹਾ। ਤੁਸੀਂ ਇੱਕ ਦੂਜੇ ਨੂੰ ਰੱਬ ਦੇ ਰੂਪ ਵਿੱਚ ਨਹੀਂ ਨਾ ਵੇਖ ਪਾ ਰਹੇ। ਅਸੀਂ ਵੇਖਦੇ ਰਹੇ ਹਾਂ ਸੰਸਾਰ ਨੂੰ, ਹਰ ਮਨੁੱਖ ਦੂਜੇ ਮਨੁੱਖ ਨੂੰ ਵੇਖ ਰਿਹਾ ਹੈ। ਹਿੰਦੂ, ਮੁਸਲਮਾਨ, ਸਿੱਖ, ਈਸਾਈ ਇੱਕ ਦੂਜੇ ਨੂੰ ਵੇਖ ਰਹੇ ਨੇ, ਪਰ ਰੱਬ ਦੇ ਰੂਪ ਵਿੱਚ ਨਹੀਂ ਨਾ ਵੇਖ ਰਹੇ। ਸਾਡੀ ਸੋਚ ਇੰਨੀ ਉੱਚੀ ਹੋ ਜਾਏ ਕਿ ਅਸੀਂ ਬੰਦੇ ਨੂੰ ਰੱਬ ਦੇ ਰੂਪ ਵਿੱਚ ਵੇਖ ਔਰ ਪਿਆਰ ਸਕੀਏ, ਇਹਨੂੰ ਕਹਿੰਦੇ ਨੇ ਦਰਸ਼ਨਾਂ ਦੀ ਪਿਆਸ। ਇਹ ਤਾਂਘ ਸਾਡੇ ਅੰਦਰ ਪੈਦਾ ਹੋਣੀ ਚਾਹੀਦੀ ਹੈ ਕਿ ਮੈਂ ਹਰ ਇਨਸਾਨ ਨਾਲ ਰੱਬ ਵਰਗਾ ਪਿਆਰ ਵਿਹਾਰ ਕਰ ਸਕਾਂ, ਮੇਰੀ ਸੋਚ ਐਸੀ ਬਣ ਜਾਏ। ਹੁਣ ਐਸੀ ਸੋਚ ਕਿਹਦੀ ਬਣੇਗੀ? ਪਹਿਲੀ ਗੱਲ ਉਹ ਕਿ ਜਿਹੜਾ ਬਣਾਉਣਾ ਚਾਹੇਗਾ ਤਾਂ ਹੀ ਬਣੇਗੀ ਨਾ। ਜੇ ਅਸੀਂ ਹੁਣ ਬਣਾਉਣਾ ਹੀ ਨਹੀਂ ਚਾਹੁੰਦੇ ਐਸੀ ਸੋਚ, ਤਾਂ ਫਿਰ ਬਣੇਗੀ ਕਿਵੇਂ? ਪਹਿਲੀ ਗੱਲ ਤੇ ਸਾਡੇ ਅੰਦਰ ਇਹ ਤਾਂਘ ਪੈਦਾ ਹੋਣੀ ਚਾਹੀਦੀ। ਤੇ ਦੂਜੀ ਗੱਲ ਇਹ ਹੈ ਕਿ ਐਸੀ ਸੋਚ ਬਣਾਉਣ ਵਾਸਤੇ ਫਿਰ ਸਾਨੂੰ ਗੁਰਬਾਣੀ ਦਾ ਆਸਰਾ ਲੈਣਾ ਪੈਣਾ ਹੈ। ਗੁਰੂ ਦੇ ਦੱਸੇ ਰਾਹ ਤੇ ਤੁਰਨਾ ਹੋਵੇਗਾ ਕਿ ਸਾਨੂੰ ਉੱਥੋਂ ਇਹ ਸਾਧਨ ਮਿਲ ਜਾਣਗੇ, ਸੌਖਾ ਸਾਧਨ ਮਿਲ ਜਾਏਗਾ, ਸੌਖਾ ਵੇ ਆਫ ਲਾਈਫ ਮਿਲ ਜਾਏਗਾ, ਸੌਖਾ ਢੰਗ ਮਿਲ ਜਾਏਗਾ। ਤਾਂ ਗੁਰੂ ਜੀ ਕਹਿੰਦੇ ਨੇ ਮੇਰੇ ਮਨ ਵਿੱਚ ਵੀ ਇਹ ਤਾਂਘ ਹੈ ਕਿ ਮੈਂ ਪ੍ਰਭੂ ਦੇ ਦੀਦਾਰ ਹਰ ਮਨੁੱਖ ਵਿੱਚ ਕਰ ਸਕਾਂ। ਤੇ ਜਿਹਦੇ ਅੰਦਰ ਇਹ ਤਾਂਘ ਪੈਦਾ ਹੋ ਜਾਂਦੀ ਹੈ, ਕਿਰਪਾ ਕਰ ਦੇਵੇ ਰੱਬ, ਰਹਿਮਤ ਕਰਕੇ ਉਹਨੂੰ ਇਹ ਦਾਤ ਬਖਸ਼ ਦਿੰਦਾ ਹੈ। ਦੇਖੋ ਕਿੰਨੀ ਸੌਖੀ ਕਹਾਣੀ, ਕਿੰਨਾ ਸੌਖਾ ਜੀਵਨ। ਹੁਣ ਰੱਬ ਨੇ ਤੇ ਕਹਿ ਦੇਣਾ ਕਿ ਤੂੰ ਦਰਸ਼ਨ ਕਰ ਸਾਰਿਆਂ ਵਿੱਚ ਰੱਬ ਦੇ, ਸਭ ਨਾਲ ਰੱਬ ਵਰਗਾ ਪਿਆਰ ਕਰ। ਰੱਬ ਨੇ ਤੇ ਨਹੀਂ ਨਾ ਕਹਿਣਾ ਵੀ ਨਾ ਕਰ। ਪਰ ਪ੍ਰੋਬਲਮ ਤਾਂ ਮੇਰੀ ਹੈ ਕਿ ਮੈਂ ਵੀ ਚਾਹੁੰਦਾ ਵਾਂ। ਕੀ ਤੁਸੀਂ ਚਾਹੁੰਦੇ ਹੋ? ਤਾਂ ਸਾਡੇ ਅੰਦਰ ਇਹ ਤਾਂਘ ਪੈਦਾ ਹੋਣੀ ਚਾਹੀਦੀ ਹੈ ਐਸੀ ਜ਼ਿੰਦਗੀ ਜੀਣ ਦੀ। ਬਾਣੀ ਪੜ੍ਹਨ ਦਾ ਲਾਭ ਤਾਂ ਹੈ, ਸੰਗਤ ਵਿੱਚ ਜਾਣ ਦਾ ਲਾਭ ਤਾਂ ਹੈ, ਕਲਾਸ ਵਿੱਚ ਆਉਣ ਦਾ ਲਾਭ ਤਾਂ ਹੈ, ਕਥਾ ਕਰਨ ਦਾ, ਸੁਣਨ ਦਾ ਲਾਭ ਤਾਂ ਹੈ ਜੇ ਸਾਡੇ ਅੰਦਰ ਇਹ ਤਾਂਘ ਪੈਦਾ ਹੋਵੇ ਔਰ ਅਸੀਂ ਇਹਨਾਂ ਰਾਹਾਂ ਤੇ ਚੱਲ ਕੇ ਆਪਣੇ ਜੀਵਨ ਨੂੰ, ਆਪਣੀ ਸੋਚ ਨੂੰ ਉੱਚਾ ਸੁੱਚਾ ਬਣਾਈਏ। ਸ਼ਲੋਕ ਦੱਖਣਾ ਮਹਿਲਾ ਪੰਜਵਾਂ। ਗੁਰੂ ਨਾਨਕ ਸਾਹਿਬ ਜੀ ਦੀ ਜਨਮ ਭੂਮੀ ਤੋਂ ਦੱਖਣ ਵੱਲ ਦੀ ਬੋਲੀ ਵਿੱਚ ਲਿਖੇ ਹੋਏ ਦੋਹੇ ਜਾਂ ਸ਼ਲੋਕ ਨੂੰ ਦੱਖਣਾ ਕਹਿੰਦੇ ਨੇ। ਜੋ ਦੱਖਣ ਵੱਲ ਦੀ ਬੋਲੀ ਹੈ, ਉਸ ਬੋਲੀ ਦੇ ਵਿੱਚ ਲਿਖੇ ਹੋਏ ਦੋਹੇ ਨੂੰ ਜਾਂ ਸ਼ਲੋਕ ਨੂੰ ਦੱਖਣਾ ਕਿਹਾ ਜਾਂਦਾ ਹੈ। ਤੇ ਇਸ ਦੇ ਅੰਦਰ ਬਹੁਤੇ ਥਾਵਾਂ ਤੇ ਦੱਦੇ ਦੀ ਥਾਂ ਤੇ ਡੱਡਾ ਵਰਤਿਆ ਜਾਂਦਾ ਹੈ। ਦੱਦੇ ਦੀ ਥਾਂ ਤੇ ਡੱਡਾ ਵਰਤਿਆ ਜਾਂਦਾ ਹੈ। ਤਾਂ ਸ਼ਲੋਕ ਦੱਖਣਾ ਮਹਿਲਾ ਪੰਜਵਾਂ। ਭੋਰੀ ਭਰਮ ਵੰਜਾਏ, ਤੇਰੀ ਮੁਹੱਬਤ ਹਿੱਕ ਤੂੰ। ਇਹ ਜੋ ਵੰਜਾਏ ਸ਼ਬਦ ਹੈ, ਇਹਨੂੰ ਬੜੇ ਗੌਰ ਨਾਲ, ਧਿਆਨ ਨਾਲ ਬੋਲਣਾ ਹੈ। ਅਸੀਂ ਆਮ ਵੰਜਾਏ ਬੋਲ ਦਿੰਦੇ ਹਾਂ। ਜਦੋਂ ਵੰਜਾਏ ਬੋਲਾਂਗੇ ਤਾਂ ਜਿਹੜਾ ਵਿਚਕਾਰਲਾ ਨੰਨਾ ਹੈ ਉਹ ਝੱਜਾ ਬੋਲ ਜਾਏਗਾ, ਵੰਜਾਏ। ਜਾਏ ਨਹੀਂ, ਜਾਏ ਨਹੀਂ, ਵੰਜਾਏ, ਵੰਜਾਏ, ਐਵੇਂ ਨਹੀਂ। ਨੰਨਾ ਬੋਲਣਾ ਹੈ, ਨੰਨਾ। ਚੱਚਾ, ਛੱਛਾ, ਜੱਜਾ, ਝੱਜਾ, ਨੰਨਾ, ਨੰਨਾ। ਭੋਰੀ ਭਰਮ ਵੰਜਾਏ, ਤੇਰੀ ਮੁਹੱਬਤ ਹਿੱਕ ਤੂੰ। ਭੋਰੀ, ਭੋਰੀ ਦਾ ਮਤਲਬ ਰਤਾ ਕੂ। ਜਿਵੇਂ ਅਸੀਂ ਕਹਿੰਦੇ ਭੋਰੀ ਕੂ ਖੰਡ ਦਿਓ, ਭੋਰੀ ਕੂ ਰਤਾ ਕੂ। ਭਰਮ ਦਾ ਮਤਲਬ ਭਟਕਣਾ, ਭੁਲੇਖਾ। ਵੰਜਾਏ ਦਾ ਮਤਲਬ ਜੇ ਦੂਰ ਕਰੇ। ਤੇਰੀ ਦਾ ਮਤਲਬ ਪਿਆਰ, ਤੇ ਮੁਹੱਬਤ ਦਾ ਮਤਲਬ ਵੀ ਪਿਆਰ। ਤੇਰੀ ਮੁਹੱਬਤ, ਪ੍ਰੇਮ, ਪਿਆਰ। ਗੁਰੂ ਜੀ ਕਹਿੰਦੇ ਨੇ ਜੇ ਤੂੰ ਰਤਾ ਭਰ ਵੀ ਮਨ ਦੀ ਭਟਕਣਾ ਦੂਰ ਕਰ ਲਵੇਂ, ਭੋਰੀ ਭਰਮ ਵੰਜਾਏ, ਭੋਰਾ ਕੂ ਰਤਾ ਕੂ, ਆਪਣੀ ਭਟਕਣਾ ਦੂਰ ਕਰੇ, ਭਰਮ ਨੂੰ ਦੂਰ ਕਰੇ। ਤੇਰੀ ਮੁਹੱਬਤ ਹਿੱਕ ਤੂੰ, ਤੇ ਇੱਕ ਪਿਆਰੇ ਦੇ ਨਾਲ ਤੂੰ ਪਿਆਰ ਕਰੇ। ਜੇ ਆਪਣੀ ਭਟਕਣਾ ਭਰਮ ਦੂਰ ਕਰਕੇ ਇੱਕ ਪਿਆਰੇ ਨਾਲ ਪਿਆਰ ਕਰੇ ਤੇ ਫਿਰ ਕੀ ਮਿਲੇਗਾ? ਜਿੱਥੋਂ ਵੰਝੈ ਜਾਏ
ਤਿਥਾਉ ਮੌਜੂਦ ਸੋਏ। ਇਹਨੂੰ ਵੰਝੈ ਨਹੀਂ ਪੜਨਾ, ਵੰਝੈ। ਜਿੱਥੋਂ ਦਾ ਮਤਲਬ ਜਿੱਥੇ, ਜਿੱਥੋਂ ਜਿਹੜੀ ਜਗ੍ਹਾ ਤੋਂ। ਵੰਝੈ ਦਾ ਮਤਲਬ ਤੂੰ ਤੁਰੇਗਾ। ਜਾਏ ਦਾ ਮਤਲਬ ਜਿੱਥੇ ਤੂੰ ਪਹੁੰਚੇਗਾ। ਤਿਥਾਉ ਦਾ ਮਤਲਬ ਉੱਥੇ। ਮੌਜੂਦ ਦਾ ਮਤਲਬ ਹਾਜ਼ਰ। ਸੋਏ ਦਾ ਮਤਲਬ ਪ੍ਰਭੂ। ਤਾਂ ਜਿੱਥੋਂ ਤੂੰ ਤੁਰੇਗਾ ਉੱਥੇ ਵੀ, ਔਰ ਜਿੱਥੇ ਤੂੰ ਜਾਏਗਾ ਉੱਥੇ ਵੀ, ਹਰ ਥਾਂ ਰੱਬ ਤੈਨੂੰ ਹਾਜ਼ਰ ਦਿਸੇਗਾ। ਹਰ ਥਾਂ ਤੇ ਹਾਜ਼ਰ ਦਿਸੇਗਾ, ਜਿੱਥੇ ਵੀ ਜਾਏਗਾ। ਜਿੱਥੇ ਵੰਝਿਆ ਜਾਏ, ਜਿੱਥੇ ਵੀ ਜਾਏਗਾ, ਜਿੱਥੋਂ ਤੁਰੇਗਾ, ਜਿੱਥੇ ਰਹੇਗਾ, ਹਰ ਥਾਂ ਤੇ ਤੈਨੂੰ ਰੱਬ ਹਾਜ਼ਰ ਨਾਜ਼ਰ ਦਿਸੇਗਾ। ਦੇਖੋ, ਇਸ ਸ਼ਲੋਕ ਤੇ ਅਮਲ ਕਰ ਲਓ ਤੇ ਰੱਬ ਨੂੰ ਹਾਜ਼ਰ ਨਾਜ਼ਰ ਵੇਖ ਲਓ। ਜ਼ਰੂਰਤ ਤਾਂ ਸੋਚ ਨੂੰ ਬਦਲਣ ਦੀ ਹੈ। ਭੋਰੀ ਭਰਮ ਵੰਜਾਏ, ਜੇ ਤੂੰ ਭਰਮ ਦੂਰ ਕਰ ਦੇਵੇਂ। ਹੁਣ ਸਾਡਾ ਭਰਮ ਕੀ ਹੈ? ਸਭ ਤੋਂ ਵੱਡਾ ਭਰਮ ਸਾਡਾ ਇਹ ਹੈ ਕਿ ਅਸੀਂ ਤੇ ਇਹ ਸੰਸਾਰ ਰੱਬ ਨਾਲੋਂ ਵੱਖਰਾ ਹੈ। ਇਹੀ ਸਾਡਾ ਭਰਮ। ਭਰਮ ਕੀ ਹੈ ਕਿ ਕੜਾ ਵੱਖਰਾ ਹੈ ਤੇ ਸੋਨਾ ਵੱਖਰਾ ਹੈ। ਚੂੜੀ ਵੱਖਰੀ ਹੈ, ਜੰਜੀਰ ਵੱਖਰੀ ਹੈ, ਸੋਨਾ ਵੱਖਰਾ ਹੈ। ਹੁਣ ਕੀ ਸੋਨਾ ਔਰ ਕੜਾ ਵੱਖਰੇ ਨੇ? ਸੋਨਾ ਹੀ ਤੇ ਕੜਾ ਹੈ। ਕੜਾ ਸੋਨਾ ਹੀ ਹੈ, ਹੋਰ ਕੀ। ਉਹਦਾ ਨਾਮ ਅਸੀਂ ਕੜਾ ਰੱਖ ਦਿੱਤਾ ਹੈ, ਆਕਾਰ ਕਰਕੇ, ਡਿਜ਼ਾਈਨ ਕਰਕੇ। ਡਿਜ਼ਾਈਨ ਕਰਕੇ ਅਸੀਂ ਕਿਸੇ ਨੂੰ ਛਾਪ ਕਹਿ ਦਿੰਦੇ ਹਾਂ, ਛੱਲਾ ਕਹਿ ਦਿੰਦੇ ਹਾਂ, ਕੜਾ ਕਹਿ ਦਿੰਦੇ ਹਾਂ, ਚੂੜੀ ਕਹਿ ਦਿੰਦੇ ਹਾਂ, ਜੰਜੀਰੀ ਕਹਿ ਦਿੰਦੇ ਹਾਂ, ਕਾਂਟੇ ਕਹਿ ਦਿੰਦੇ ਹਾਂ, ਪਾਇਲ ਕਹਿ ਦਿੰਦੇ ਹਾਂ, ਕੁਛ ਵੀ, ਕੈਂਠਾ ਕਹਿ ਦਿੰਦੇ ਹਾਂ। ਹੈ ਤੇ ਸੋਨਾ ਹੀ ਨਾ। ਸੋਨਾ ਹੀ ਗਹਿਣੇ ਬਣਿਆ ਹੋਇਆ ਹੈ। ਜੇ ਅਸੀਂ ਸਮੁੰਦਰ ਦੀਆਂ ਲਹਿਰਾਂ ਨੇ ਪਾਣੀ, ਤੇ ਲਹਿਰਾਂ ਕੀ ਨੇ? ਪਾਣੀ ਨੇ ਨਾ। ਅਸੀਂ ਕਹਿੰਦੇ ਦੇਖ ਕਿੰਨੀਆਂ ਲਹਿਰਾਂ ਨੇ। ਹੁਣ ਜੇ ਅਸੀਂ ਉਹਨਾਂ ਲਹਿਰਾਂ ਨੂੰ ਵੱਖਰਿਆਂ ਸਮਝੀਏ ਪਾਣੀ ਤੋਂ, ਤਾਂ ਸਾਡਾ ਇੱਕ ਭਰਮ ਭੁਲੇਖਾ ਹੀ ਹੈ ਨਾ। ਲਹਿਰਾਂ ਵੀ ਤੇ ਪਾਣੀ ਨੇ। ਹਵਾ ਦੇ ਕਾਰਨ ਕਰਕੇ ਪਾਣੀ ਹੀ ਹਿਲ ਰਿਹਾ। ਅਸੀਂ ਬੁਲਬੁਲੇ ਦੇਖ ਰਹੇ ਹਾਂ ਵੀ ਕਿੰਨੇ ਬੁਲਬੁਲੇ ਨੇ, ਪਰ ਬੁਲਬੁਲੇ ਵਾਸਤਵ ਵਿੱਚ ਤੇ ਪਾਣੀ ਨੇ। ਹਵਾ ਦੇ ਉੱਤੇ ਪਤਲੀ ਦੀ ਪਰਤ ਪਾਣੀ ਦੀ ਚੜ ਗਈ। ਉਸ ਪਾਣੀ ਦੀ ਪਤਲੀ ਦੀ ਪਰਤ ਦੇ ਅੰਦਰ ਥੋੜੀ ਹਵਾ ਹੈ, ਉਹਦੇ ਕਰਕੇ ਉਹ ਗੋਲ ਗੋਲ ਵੱਖਰਾ ਦਿਸ ਰਿਹਾ, ਪਰ ਹੈ ਤੇ ਉਹ ਪਾਣੀ। ਇਸੇ ਤਰ੍ਹਾਂ ਸਾਡੇ ਸਰੀਰਾਂ ਦੇ ਆਕਾਰ, ਅਲੱਗ-ਅਲੱਗ ਇਲਾਕਾ, ਅਲੱਗ-ਅਲੱਗ ਬੋਲੀਆਂ, ਅਲੱਗ-ਅਲੱਗ ਸਾਡੇ ਸਰੀਰਾਂ ਦੇ ਆਕਾਰ ਔਰ ਸਾਡੀ ਸੋਚ, ਇਹਦੇ ਕਰਕੇ ਅਸੀਂ ਵੱਖਰੇ ਵੱਖਰੇ ਦਿਸ ਰਹੇ ਹਾਂ। ਹੈ ਤੇ ਰੱਬ ਹੀ ਸਾਰਿਆਂ ਵਿੱਚ, ਹੈ ਤੇ ਇੱਕ ਹੀ ਫੈਲਿਆ ਹੋਇਆ। ਨਿਰੰਕਾਰ ਨੇ ਹੀ ਆਕਾਰ ਬਣਾਇਆ ਹੈ, ਨਿਰਾਕਾਰ ਹੀ ਸਾਕਾਰ ਹੋਇਆ ਹੈ, ਇੱਕ ਹੀ ਫੈਲਿਆ ਹੋਇਆ। ਅਸੀਂ ਨਾਮ ਉਹਦੇ ਵੱਖਰੇ ਵੱਖਰੇ ਰੱਖ ਲੈਂਦੇ, ਵੱਖਰਾ ਵਖਰੇਵਾਂ ਸਾਨੂੰ ਪ੍ਰਤੀਤ ਹੋ ਰਿਹਾ ਹੈ। ਤੇ ਜੇ ਅਸੀਂ ਇਸ ਭਰਮ ਨੂੰ ਦੂਰ ਕਰ ਦਈਏ ਕਿ ਅਸੀਂ ਰੱਬ ਤੋਂ ਵੱਖਰੇ ਹਾਂ, ਔਰ ਉਸ ਰੱਬ ਦੇ ਨਾਲ ਪਿਆਰ ਕਰੀਏ ਜੋ ਸਾਰਿਆਂ ਦੇ ਵਿੱਚ ਇੱਕ ਹੈ, ਜੇ ਉਹਦੇ ਨਾਲ ਪਿਆਰ ਕਰੀਏ ਕਿ ਜਿਹੜੇ ਸਿਸਟਮ ਵਿੱਚ ਮੈਂ ਪਲ ਰਿਹਾ, ਜੀ ਰਿਹਾ, ਪੈਦਾ ਹੋਇਆ, ਉਸੇ ਇੱਕ ਸਿਸਟਮ ਵਿੱਚ ਹੀ ਤੁਸੀਂ ਜੰਮੇ ਪਲੇ ਔਰ ਵੱਡੇ ਹੋ ਰਹੇ ਹੋ, ਪਲ ਰਹੇ ਹੋ, ਸੰਚਾਲਨ ਹੋ ਰਿਹਾ ਹੈ। ਜੇ ਮੈਂ ਇਹ ਚੀਜ਼ ਸਮਝ ਲਵਾਂ ਤਾਂ ਜਿੱਥੇ ਵੀ ਜਾਵਾਂਗਾ ਰੱਬ ਹੀ ਦਿਸੇਗਾ, ਹੋਰ ਕੌਣ ਦਿਸੇਗਾ। ਹੁਣ ਦੇਖੋ, ਇਹ ਨਿੱਕੇ ਜਿਹੇ ਸ਼ਲੋਕ ਦੇ ਉੱਤੇ ਜੇ ਅਸੀਂ ਅਮਲ ਕਰ ਲਈਏ ਤਾਂ ਇਹਦੇ ਵਿੱਚ ਸਾਨੂੰ ਕਿਤੇ ਨਹੀਂ ਕਿਹਾ ਕਿ ਤੁਸੀਂ ਸਮਾਧੀਆਂ ਲਾਓ, ਦਸਮ ਦੁਆਰ ਵਿੱਚ ਪ੍ਰਾਣ ਚੜਾਓ, ਜੰਗਲਾਂ ਵਿੱਚ ਜਾਓ, ਬਾਬਿਆਂ ਨੂੰ ਮੱਥੇ ਟੇਕੋ, ਭੋਰਿਆਂ 'ਚ ਵੜੋ, ਯੋਗਾ ਕਰੋ ਜਾਂ ਕੁਛ ਕਰੋ। ਗੱਲ ਤਾਂ ਸੋਚ ਬਦਲਣ ਦੀ ਹੈ, ਗੱਲ ਤਾਂ ਭਰਮ ਨੂੰ, ਅਗਿਆਨਤਾ ਨੂੰ ਦੂਰ ਕਰਨ ਦੀ ਹੈ। ਭੋਰੀ ਭਰਮ ਵੰਜਾਏ, ਜੇ ਤੂੰ ਰਤਾ ਕੋ ਆਪਣਾ ਭਰਮ ਦੂਰ ਕਰ ਦਵੇਂ, ਪਿਰੀ ਮੁਹੱਬਤ ਹਿੱਕ ਤੂੰ, ਜੇ ਜਿਹੜਾ ਸਾਰਿਆਂ ਦੇ ਅੰਦਰ ਇੱਕ ਵਸਤ ਹੈ ਉਹਦੇ ਨਾਲ ਪਿਆਰ ਕਰਨਾ ਸ਼ੁਰੂ ਕਰ ਦੇ। ਜਿੱਥੋਂ ਵੰਝੈ ਜਾਏ ਤਿਥਾਉ ਮੌਜੂਦ ਸੋਏ। ਜਿੱਥੋਂ ਵੀ ਤੂੰ ਜਾਏਗਾ, ਜਿੱਥੇ ਵੀ ਤੂੰ ਜਾਏਗਾ, ਹਰ ਥਾਂ ਦੇ ਉੱਤੇ ਤੈਨੂੰ ਰੱਬ ਹਾਜ਼ਰ ਨਾਜ਼ਰ ਨਜ਼ਰੀ ਪਵੇਗਾ। ਚਫੇਰੇ ਤੂੰ ਉਸ ਪ੍ਰਭੂ ਨੂੰ ਵੇਖ ਸਕੇਗਾ। ਮਹਿਲਾ ਪੰਜਵਾਂ। ਚੜ ਕੇ ਘੋੜੜੇ ਕੁੰਦੇ ਪਕੜਹਿ, ਖੂੰਡੀ ਦੀ ਖੇਡਾਰੀ। ਹੁਣ ਇਸ ਸ਼ਲੋਕ ਦੇ ਅੰਦਰ ਸਾਨੂੰ ਬੰਦੇ ਦੀ ਇੱਕ ਪ੍ਰੋਬਲਮ ਦੱਸ ਰਿਹਾ। ਘੋੜੜੇ ਦਾ ਮਤਲਬ ਸੋਹਣਾ ਘੋੜਾ, ਘੋੜੜੇ, ਸੋਹਣੇ ਘੋੜੇ ਤੇ। ਕੁੰਦੇ, ਕੁੰਦੇ ਦਾ ਮਤਲਬ ਹੁੰਦਾ ਬੰਦੂਕ ਦਾ ਹੱਥਾ। ਖਿਡਾਰੀ ਦਾ ਮਤਲਬ ਖੇਡ ਜਾਣਨ ਵਾਲਾ। ਖੂੰਡੀ ਦੀ ਖਿਡਾਰੀ, ਖੂੰਡੀ, ਖਿੱਦੂ ਖੂੰਡੀ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਖੇਲਦੇ ਰਹੇ ਹੋਣਗੇ। ਸਾਡੇ ਕੋਲ
ਗੇਂਦ ਵਗੈਰਾ ਬਾਅਦ ਦੇ ਵਿੱਚ ਰਬੜ ਤੇ ਆਏ, ਪਹਿਲੋਂ ਸ਼ੁਰੂ ਦੇ ਵਿੱਚ ਅਸੀਂ ਆਪ ਬਣਾਉਂਦੇ ਰਹੇ, ਜਿਹੜੇ ਘਰ ਦੇ ਵਿੱਚ ਕੱਪੜੇ ਨਹੀਂ ਸਨ ਪਾਟੇ ਹੁੰਦੇ, ਟਾਕੀਆਂ, ਉਹਨਾਂ ਨੂੰ ਵਲੇਟ ਕੇ, ਟਾਕੀਆਂ ਵਲੇਟ ਕੇ ਉੱਤੇ ਸੇਬੇ ਦੇ ਨਾਲ ਲੂਣ ਕੇ ਤੇ ਬਣਾ ਲਈਦਾ ਸੀ ਖਿੱਦੂ, ਗੇਂਦ ਖਿੱਦੂ, ਤੇ ਨਾਲ ਫਿਰ ਖੁੰਡੀ ਲਈਦੀ ਸੀ, ਅੱਗੋਂ ਲੱਕੜੀ ਟੇਢੀ ਜਿਹੀ ਹੋਣੀ, ਤੇ ਜਿਵੇਂ ਅੱਜ ਕੱਲ੍ਹ ਹਾਕੀ ਖੇਡਦੇ ਨੇ, ਫਿਰ ਖਿੱਦੂ ਨੂੰ ਮਾਰਨੇ ਤੇ ਉਹ ਖਿੱਦੂ ਨੇ ਦੂਰ ਚਲੇ ਜਾਣਾ, ਇਹ ਖੇਡ ਖੁੰਡੀ ਦੀ, ਖਿੱਦੂ ਖੁੰਡੀ ਦੀ ਖੇਡ। ਹੁਣ ਗੁਰੂ ਜੀ ਕਹਿੰਦੇ ਨੇ, ਕੋਈ ਖੇਡ ਤੇ ਜਾਣਦਾ ਹੋਵੇ ਖਿੱਦੂ ਖੁੰਡੀ ਦੀ, ਟਾਕੀਆਂ ਦਾ ਗੇਂਦ ਬਣਾ ਕੇ ਖੁੰਡੀ ਦੇ ਨਾਲ ਖੇਡਣ ਜਾਣਦਾ ਹੋਏ, ਖੇਡ ਤੇ ਜਾਣਦਾ ਹੋਏ ਖੁੰਡੀ ਦੀ, ਤੇ ਉਹ ਘੋੜੇ ਦੇ ਉੱਤੇ ਚੜੇ, ਸਵਾਰ ਹੋ ਜਾਏ, ਤੇ ਬੰਦੂਕ ਦਾ ਹੱਥਾ ਫੜ ਲਿਆ ਕਿ ਮੈਂ ਜੰਗ ਲੜਨਾ ਮੈਦਾਨ ਵਿੱਚ, ਸ਼ਿਕਾਰ ਮਾਰਨ ਚੜ ਪਵੇ, ਤਾਂ ਕੀ ਉਹ ਬੰਦਾ ਕਾਮਯਾਬ ਹੋ ਜਾਏਗਾ? ਜਿਨਨੇ ਕਦੇ ਘੋੜ ਸਵਾਰੀ ਕੀਤੀ ਨਹੀਂ, ਜਿਨਨੇ ਕਦੇ ਬੰਦੂਕ ਹੱਥ ਵਿੱਚ ਫੜੀ ਨਹੀਂ, ਜਿਹਨੂੰ ਬੰਦੂਕ ਚਲਾਉਣ ਬਾਰੇ ਪਤਾ ਨਹੀਂ ਵੀ ਖੁੱਲਣੀ ਕਿਵੇਂ ਹੈ, ਗੋਲੀ ਕਿਵੇਂ ਪਾਣੀ ਹੈ, ਨਿਸ਼ਾਨਾ ਕਿਵੇਂ ਮਾਰਨਾ ਹੈ, ਕਿਵੇਂ ਉਹਦੇ ਤੋਂ ਆਪਾਂ ਮੋਢੇ ਵਗੈਰਾ ਨੂੰ ਲਗਾਉਣੀ ਹੈ, ਘੋੜੇ ਦੇ ਉੱਤੇ ਕਿਵੇਂ ਚੜਨਾ ਹੈ, ਕਿਵੇਂ ਡਿੱਗਣ ਤੋਂ ਬਚਣਾ ਹੈ, ਕਿਵੇਂ ਘੋੜੇ ਨੂੰ ਭਜਾਣਾ ਜਾਂ ਜੋ ਵੀ ਕਰਨਾ ਹੈ, ਪਤਾ ਹੀ ਨਹੀਂ ਕੁਛ। ਖਿੱਦੂ ਖੁੰਡੀ ਖੇਲ ਨਹੀਂ ਜਾਣਦਾ ਹੋਵੇ ਔਰ ਘੋੜੇ ਦੇ ਉੱਤੇ ਚੜ ਕੇ ਤੇ ਬੰਦੂਕ ਦਾ ਕੁੰਡਾ ਫੜ ਲਵੇ, ਹੱਥਾ ਫੜ ਲੈ, ਔਰ ਯਤਨ ਕਰੇ ਕਿ ਮੈਂ ਸ਼ਿਕਾਰ ਕਰ ਖੇਡਣਾ ਹੈ, ਜਾਂ ਮੈਂ ਆਮ ਇੱਕ ਫੌਜੀਆਂ ਦੀ ਤਰ੍ਹਾਂ ਮੈਦਾਨੇ ਜੰਗ ਦੇ ਵਿੱਚ ਲੜਨਾ ਹੈ, ਸ਼ੂਰਮ ਗਤੀ ਵਿਖਾਵਾਂਗਾ, ਤਾਂ ਕੀ ਉਹ ਬੰਦਾ ਸ਼ੂਰਮ ਗਤੀ ਵਿਖਾ ਲੇਗਾ? ਨਹੀਂ ਨਾ। ਬਸ ਇਹ ਸਾਡੀ ਪ੍ਰੋਬਲਮ ਹੈ। ਹੁਣ ਅਸੀਂ ਜਾਣਦੇ ਤੇ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਜ਼ਿੰਦਗੀ ਜੀਣੀ, ਬੰਦਾ ਜੀ ਤੇ ਜ਼ਿੰਦਗੀ ਐਸੀ ਰਿਹਾ ਹੈ, ਖੇਡ ਤੇ ਰਿਹਾ ਹੈ ਖੂੰਦੀ ਖਿੱਦੂ ਦੀ ਖੇਡ, ਈਰਖਾ ਦਵੈਸ਼ ਵੈਰ ਵਿਰੋਧ ਦੀ, ਤੇ ਜੀਵਨ ਜੀਣਾ ਚਾਹੁੰਦਾ ਹੈ, ਆਤਮਕ ਉਡਾਰੀਆਂ ਲਾਣੀਆਂ ਚਾਹੁੰਦਾ ਹੈ ਰੱਬ ਦੇ ਮਿਲਾਪ ਦੀਆਂ, ਆਦਰ ਮਾਣ ਚਾਹ ਰਿਹਾ ਹੈ, ਜਿਹੜਾ ਚੰਗੇ ਗੁਣ ਗੁਰਮੁਖਾਂ ਵਾਲੇ, ਰੀਸ ਉਹਨਾਂ ਦੀ ਕਰਨੀ ਨਹੀਂ ਚਾਹੁੰਦਾ। ਤਾਂ ਐਵੇਂ ਤਾਂ ਰੀਸ ਨਹੀਂ ਨਾ ਹੋਣੀ, ਐਵੇਂ ਤਾਂ ਮਾਣ ਨਹੀਂ ਨਾ ਮਿਲਣਾ। ਹੁਣ ਮੇਰੀ ਜ਼ਿੰਦਗੀ ਤੇ ਹੋਵੇ ਈਰਖਾ ਦਵੈਸ਼ ਵੈਰ ਵਿਰੋਧ ਵਾਲੀ, ਤੇ ਮਾਣ ਸਤਕਾਰ ਮੈਂ ਪਾਣਾ ਚਾਹਾਂ ਭਾਈ ਮਨੀ ਸਿੰਘ ਵਾਲਾ, ਭਾਈ ਮਤੀ ਦਾਸ ਵਾਲਾ, ਤਾਂ ਇਹੋ ਜਿਹੀ ਜ਼ਿੰਦਗੀ ਨਾਲ ਉਹ ਮਾਣ ਸਤਕਾਰ ਕਿਵੇਂ ਮਿਲ ਜਾਏਗਾ? ਅਗਲਾ ਬਚਨ ਕਰਦੇ ਨੇ, ਹੰਸਾਂ ਸੇਤੀ ਚਿੱਤ ਉਲਾਸੈ ਕੁੱਕੜ ਦੀ ਉਡਾਰੀ। ਹੰਸਾਂ ਸੇਤੀ ਚਿੱਤ ਉਲਾਸੈ, ਉਲਾਸੈ ਦਾ ਮਤਲਬ ਉਤਸ਼ਾਹ ਵਿੱਚ ਲਿਆਉਂਦੇ ਨੇ, ਹੰਸਾਂ ਦੇ ਨਾਲ ਉੱਡਣ ਦਾ। ਹੰਸ ਬੜੀ ਲੰਬੀ ਉਡਾਰੀ ਲਾਉਂਦੇ ਨੇ, ਕੁੱਕੜ ਦੀ ਉਡਾਰੀ, ਤੇ ਕੁੱਕੜ ਕਿੰਨਾ ਕੁ ਉੱਡਦਾ ਹੈ? ਤੁਸੀਂ ਮੁਰਗੇ ਉੱਡਦੇ ਤੇ ਵੇਖੀ ਨੇ ਨਾ, ਕਿੰਨਾ ਉੱਡ ਸਕਦੇ ਨੇ? ਥੋੜਾ ਜਿਹਾ ਉੱਥੋਂ ਤੱਕ ਉੱਡਣਗੇ ਤੇ ਉਹ ਥੱਲੇ ਡਿੱਗ ਪੈਣਗੇ। ਕੁੱਕੜ ਦੀ ਉਡਾਰੀ ਥੋੜੀ ਜਿਹੀ ਹੈ ਬਿਲਕੁਲ। ਹੁਣ ਗੁਰੂ ਜੀ ਕਹਿੰਦੇ ਨੇ ਕਿ ਹਾਸੋ ਹੀਣੇ ਹੁੰਦੇ ਨੇ ਉਹ, ਕੁੱਕੜ ਦੀ ਉਡਾਰੀ ਉੱਡਣੀ ਜਾਣਦੇ ਨੇ, ਤੇ ਹੰਸਾਂ ਦੇ ਨਾਲ ਉੱਡਣ ਲਈ ਤੰਗ ਕਰਦੇ ਨੇ। ਜਪਜੀ ਸਾਹਿਬ ਵਿੱਚ ਵੀ ਗੁਰੂ ਜੀ ਨੇ ਬਚਨ ਕੀਤਾ ਹੈ ਨਾ, ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ। ਆਕਾਸ਼ ਦੀਆਂ ਗੱਲਾਂ ਸੁਣ ਕੇ ਕਿ ਕਬੂਤਰ ਉੱਡ ਰਹੇ ਨੇ, ਇੱਲਾਂ ਉੱਡ ਰਹੀਆਂ ਨੇ, ਬਾਜ ਉੱਡ ਰਹੇ ਨੇ, ਆਕਾਸ਼ ਦੀਆਂ ਗੱਲਾਂ ਸੁਣ ਕੇ, ਆਕਾਸ਼ ਵਿੱਚ ਉੱਡਣ ਵਾਲੇ ਪੰਛੀਆਂ ਦੀਆਂ ਗੱਲਾਂ ਸੁਣ ਕੇ, ਤੇ ਜਿਹੜੀ ਇੱਕ ਸੁੰਡੀ ਧਰਤੀ ਦੇ ਉੱਤੇ ਰੇਂਗ ਰੇਂਗ ਕੇ ਤੁਰਦੀ ਹੈ, ਗੰਡੋਆ ਵਗੈਰਾ, ਤੇ ਜੇ ਉਹ ਕਵੇ ਕਿ ਮੈਂ ਵੀ ਅਸਮਾਨ ਦੀਆਂ ਉਡਾਰੀਆਂ ਲਾਣੀਆਂ ਨੇ, ਤਾਂ ਕਿਵੇਂ ਲਾਏਗਾ? ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ, ਨਾਨਕ ਨਦਰੀ ਪਾਈ ਹੈ ਕੂੜੀ ਕੂੜੇ ਠੀਸ। ਕੂੜੇ ਦਾ ਮਤਲਬ ਝੂਠੇ ਦੀ, ਠੀਸ ਦਾ ਮਤਲਬ ਗੱਪ, ਕੂੜੀ ਦਾ ਮਤਲਬ ਝੂਠੀ। ਉਹ ਝੂਠੇ ਦੀ ਝੂਠੀ ਗੱਪ ਹੈ, ਗੱਪਾਂ ਜਿੰਨੀਆਂ ਮਰਜ਼ੀ ਮਾਰ ਲਵੇ, ਜ਼ਿੰਦਗੀ ਵੈਸੀ ਨਹੀਂ ਜੀ ਸਕੇਗਾ। ਤਾਂ ਇਸੇ ਤਰ੍ਹਾਂ ਉਹਨਾਂ ਮਨਮੁਖਾਂ ਦਾ ਹਾਲ ਸਮਝੋ, ਜੋ ਜ਼ਿੰਦਗੀ ਤਾਂ ਈਰਖਾ ਦਵੈਸ਼ ਵਾਲੀ ਜੀ ਰਹੇ ਨੇ, ਲੇਕਿਨ ਰੀਸ ਗੁਰਮੁਖਾਂ ਦੀ ਕਰਨੀ ਚਾਹੁੰਦੇ ਨੇ, ਯਾਨੀ ਸੁਖ ਸ਼ਾਂਤੀ ਆਨੰਦ ਮੰਗਲ ਪ੍ਰਸੰਨਤਾ ਔਰ ਮਾਣ ਉਹ ਪਾਣਾ ਚਾਹੁੰਦੇ ਨੇ ਜੋ ਸੱਚ ਦੇ ਰਾਹਾਂ ਦੇ ਪਾਂਦੀ ਨੇ, ਮਾਣ ਉਹਨਾਂ ਵਾਲਾ ਪਾਣਾ ਚਾਹੁੰਦੇ। ਬਸ ਪ੍ਰੋਬਲਮ ਇੱਥੇ ਹੈ ਕਿ ਬੰਦਾ ਜਿੰਨੇ ਜੋਗਾ ਹੈ, ਆਪਣੇ ਆਪ ਨੂੰ ਪਛਾਣਦਾ ਨਹੀਂ ਕਿ ਮੈਂ ਕਿੱਥੇ ਖੜਾ ਹਾਂ। ਇਸ ਸ਼ਲੋਕ ਦੇ ਅੰਦਰ ਸਾਨੂੰ ਇਹ ਸਮਝਾਇਆ ਜਾ ਰਿਹਾ ਕਿ ਬੰਦੇ ਨੂੰ ਆਪਣੇ ਆਪ ਦਾ ਪਤਾ ਹੀ ਨਹੀਂ ਕਿ ਮੈਂ ਖੜਾ ਕਿੱਥੇ ਆ, ਮੇਰੀ ਮਾਨਸਿਕਤਾ ਕੈਸੀ ਹੈ, ਮੇਰੀ ਮੈਂਟੈਲਿਟੀ ਕੈਸੀ ਹੈ, ਮੈਂ ਕੰਮ ਕੈਸੇ ਕਰ ਰਿਹਾ, ਮੇਰੇ ਬੋਲ ਕੈਸੇ ਨੇ, ਮੇਰੇ ਤੱਕਣੀ ਕੈਸੀ ਹੈ, ਮੇਰਾ ਵਿਹਾਰ ਕੈਸਾ ਹੈ, ਮੇਰਾ ਬਿਹੇਵੀਅਰ ਕੈਸਾ ਹੈ, ਮੈਂ ਸੋਚਦਾ ਕੀ ਆ, ਮੈਂ ਸੁਣਦਾ ਕੀ ਆ, ਤੇ ਚਾਹ ਮੈਂ ਕੀ ਰਿਹਾ।
ਪਾਣਾ ਮੈਂ ਕੀ ਚਾਹੁੰਦਾ। ਬੰਦੇ ਦੀ ਇਹ ਪ੍ਰੋਬਲਮ ਹੈ, ਬੰਦੇ ਨੂੰ ਪਤਾ ਹੀ ਨਹੀਂ ਕਿ ਮੈਂ ਖੜਾ ਕਿੱਥੇ ਆ। ਇਸ ਲਈ ਜ਼ਰੂਰਤ ਇਹ ਹੈ ਕਿ ਸਾਨੂੰ ਜੇ ਅਸੀਂ ਉੱਚੀਆਂ ਉਡਾਰੀਆਂ ਲਾਣੀਆਂ ਨੇ ਤਾਂ ਫਿਰ ਸਾਨੂੰ ਆਪਣੀ ਸੀਮਤ ਸੋਚ ਵੀ ਛੱਡਣੀ ਪਵੇਗੀ। ਬਾਹਰੀ ਤੌਰ ਤੇ ਵਿਖਾਵਾ ਕਰਕੇ ਕੁਝ ਹੋਣ ਵਾਲਾ ਨਹੀਂ ਹੈ। ਇਸ ਲਈ ਆਪਣੀ ਸੋਚ ਨੂੰ ਵਿਸ਼ਾਲ ਕਰਨਾ ਪਵੇਗਾ। ਜੇਕਰ ਤੁਸੀਂ ਬੰਦੂਕ ਚਲਾਣੀ ਸਿੱਖਣਾ ਚਾਹੁੰਦੇ ਹੋ ਜਾਂ ਫੌਜ ਵਿੱਚ ਭਰਤੀ ਹੋਣਾ ਹੈ ਜਾਂ ਸੂਰਮਿਆਂ ਵਾਲੇ ਕੰਮ ਕਰਨੇ ਨੇ ਤਾਂ ਉਹ ਖਿੰਦੂ ਖੁੰਡੀ ਵਾਲਾ ਕੰਮ ਕਰਕੇ ਨਹੀਂ ਹੋਣੇ। ਉਹ ਫਿਰ ਤੁਹਾਨੂੰ ਘੋੜਸਵਾਰੀ ਸਿੱਖਣੀ ਪਵੇਗੀ, ਬੰਦੂਕ ਚਲਾਣੀ ਸਿੱਖਣੀ ਪਵੇਗੀ, ਟ੍ਰੇਨਿੰਗ ਲੈਣੀ ਪਵੇਗੀ। ਉਹਦੇ ਵਾਸਤੇ ਤੁਹਾਨੂੰ ਯਤਨ ਕਰਨੇ ਪੈਣਗੇ, ਬਣ ਜਾਓਗੇ। ਇਹ ਨਹੀਂ ਕਿ ਬਣ ਨਹੀਂ ਕੋਈ ਸਕਦਾ, ਕੋਈ ਵੀ ਘੋੜਸਵਾਰ ਹੋ ਸਕਦਾ ਹੈ, ਕੋਈ ਵੀ ਬੰਦਾ ਬੰਦੂਕ ਦੀ ਟ੍ਰੇਨਿੰਗ ਲੈ ਸਕਦਾ ਹੈ, ਫੌਜੀ ਹੋ ਸਕਦਾ ਹੈ, ਮਿਲਟਰੀ ਵਿੱਚ ਜਾ ਸਕਦਾ ਹੈ, ਉਹ ਆਪਣਾ ਮੈਦਾਨੇ ਜੰਗ ਵਿੱਚ ਜੂਝ ਸਕਦਾ ਹੈ। ਪਰ ਟ੍ਰੇਨਿੰਗ ਲੈਣੀ ਪੈਗੀ ਨਾ, ਉਹ ਕੰਮ ਕਰਨਾ ਪਵੇਗਾ, ਸਿੱਖਣਾ ਹੋਵੇਗਾ, ਉਹਦੇ ਲਈ ਟਰਾਈ ਕਰਨੀ ਪਵੇਗੀ, ਉਹਦੇ ਲਈ ਯਤਨ ਕਰਨੇ ਪੈਣਗੇ। ਇਸੇ ਤਰ੍ਹਾਂ ਅਸੀਂ ਆਨੰਦ, ਮੰਗਲ, ਪ੍ਰਸੰਨਤਾ, ਖੇੜਾ, ਚੜ੍ਹਦੀ ਕਲਾ ਐਸੀ ਜ਼ਿੰਦਗੀ ਜੀ ਸਕਦੇ ਹਾਂ, ਪਰ ਸਾਨੂੰ ਇਹ ਗੁਣ ਸਿੱਖਣੇ ਤੇ ਪੈਣਗੇ ਨਾ। ਸਾਨੂੰ ਇਹਨਾਂ ਗੁਣਾਂ ਦੀ ਟ੍ਰੇਨਿੰਗ ਲੈਣੀ ਤਾਂ ਪਵੇਗੀ, ਅਮਲ ਕਰਨਾ ਤੇ ਪਵੇਗਾ ਨਾ। ਇਹ ਨਹੀਂ ਨਾ ਕਿ ਈਰਖਾ, ਦਵੈਸ਼, ਵੈਰ ਵਿਰੋਧ ਕਰਕੇ ਤੇ ਫਿਰ ਅਸੀਂ ਚਾਹੀਏ ਕਿ ਸਾਨੂੰ ਖੁਸ਼ੀ ਮਿਲ ਜਾਏ, ਐਸਾ ਨਹੀਂ। ਹੰਸਾਂ ਦੇ ਨਾਲ ਉੱਡਣ ਵਾਸਤੇ ਹੰਸਾਂ ਵਾਲੀ ਉਡਾਰੀ ਸਿੱਖਣੀ ਪਵੇਗੀ, ਟ੍ਰੇਨਿੰਗ ਲੈਣੀ ਪਵੇਗੀ, ਉਹਨਾਂ ਯਤਨ ਕਰਨਾ ਪਵੇਗਾ। ਯਤਨ ਕਰੋਗੇ ਤਾਂ ਹੋ ਜਾਏਗਾ। ਪੌੜੀ ਰਸਨਾ ਉਚਰੈ ਹਰ ਸ਼੍ਰਵਣੀ ਸੁਣੈ ਸੋ ਉਧਰੈ ਮਿੱਤਾ। ਹੁਣ ਅਗਲੀ ਇਸ ਪੌੜੀ ਦੇ ਵਿੱਚ ਸਾਨੂੰ ਇਸ ਸਮੱਸਿਆ ਦਾ ਸੋਲੂਸ਼ਨ ਦੱਸ ਰਹੇ ਨੇ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ, ਪਾਰ ਉਤਾਰਾ ਸਾਡਾ ਕਿਵੇਂ ਹੋ ਸਕਦਾ ਹੈ ਜਾਂ ਕਿਹਦਾ ਹੁੰਦਾ ਹੈ। ਰਸਨਾ ਉਚਰੈ, ਰਸਨਾ ਦਾ ਮਤਲਬ ਜੀਭ ਨਾਲ, ਸ਼੍ਰਵਣੀ ਦਾ ਮਤਲਬ ਕੰਨਾਂ ਨਾਲ, ਉਧਰੈ ਦਾ ਮਤਲਬ ਉਧਾਰ ਹੋ ਜਾਂਦਾ ਹੈ, ਪਾਰ ਉਤਾਰਾ ਹੋ ਜਾਂਦਾ ਹੈ। ਰਸਨਾ ਉਚਰੈ, ਜੋ ਬੰਦਾ ਜ਼ਬਾਨ ਦੇ ਨਾਲ ਰੱਬੀ ਗੁਣ ਗਾਉਂਦਾ ਹੈ, ਯਾਨੀ ਜਿਹੜਾ ਜ਼ਬਾਨ ਦੇ ਨਾਲ ਹਮੇਸ਼ਾ ਸੱਚ ਬੋਲਦਾ ਹੈ, ਸੰਤੋਖ ਦੀ ਗੱਲ ਕਰਦਾ ਹੈ, ਨਿਰਭੈਤਾ ਨਿਰਵੈਰਤਾ ਦੀ ਗੱਲ ਕਰਦਾ ਹੈ, ਪਿਆਰ ਮੁਹੱਬਤ ਦੀ ਗੱਲ ਕਰਦਾ ਹੈ, ਜਿਹੜਾ ਜ਼ਬਾਨ ਦੇ ਨਾਲ ਰੱਬੀ ਸਿਫਤ ਸਲਾਹ ਕਰਦਾ ਹੈ, ਸਿਰਫ ਗੁਣਾਂ ਦੀ ਗੱਲ ਕਰਦਾ ਹੈ। ਹਰ ਸ਼੍ਰਵਣੀ ਸੁਣੇ, ਤੇ ਜਿਹੜਾ ਸਿਰਫ ਰੱਬੀ ਗੁਣਾਂ ਦੀ ਗੱਲ ਸੁਣਦਾ ਹੈ, ਹੋਰ ਕੋਈ ਗੱਲ ਸੁਣਦਾ ਨਹੀਂ, ਸੋ ਉਧਰੈ ਮਿੱਤਾ। ਗੁਰੂ ਜੀ ਕਹਿੰਦੇ ਨੇ ਉਹ ਮਨੁੱਖ ਸੰਸਾਰ ਸਾਗਰ ਤੋਂ ਬਚ ਜਾਂਦਾ ਹੈ। ਹੇ ਮਿੱਤਰ, ਉਹ ਇਨਸਾਨ ਸੰਸਾਰ ਸਾਗਰ ਤੋਂ, ਵਿਕਾਰਾਂ ਤੋਂ, ਪਾਪਾਂ ਤੋਂ, ਅਪਰਾਧਾਂ ਤੋਂ ਬਚ ਜਾਂਦਾ ਹੈ। ਕੌਣ? ਜਿਹੜਾ ਕੰਨਾਂ ਨਾਲ ਸਿਰਫ ਰੱਬ ਦੇ ਗੁਣਾਂ ਦੀ ਗੱਲ ਸੁਣਦਾ ਹੈ ਔਰ ਜ਼ਬਾਨ ਦੇ ਨਾਲ ਗੁਣਾਂ ਵਾਲੇ ਬੋਲ ਬੋਲਦਾ ਹੈ। ਦੇਖੋ ਕਿੰਨਾ ਸੌਖਾ ਕੰਮ ਹੈ। ਹੁਣ ਜੇ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਸੇ ਦੀ ਨਿੰਦਿਆ ਸੁਣੀਏ, ਬਦਖੂਈ ਸੁਣੀਏ, ਬਹੁਤੇ ਲੋਕ ਇਹ ਕੁਛ ਹੀ ਕਰਦੇ ਨੇ, ਔਰ ਜ਼ਬਾਨ ਦੇ ਨਾਲ ਅਸੀਂ ਕਿਸੇ ਦੀ ਬਦਖੂਈ ਕਰੀਏ, ਨੈਗੇਟਿਵ ਬੋਲੀਏ, ਸਮੱਸਿਆਵਾਂ ਦੀ ਗਿਣਤੀ ਕਰੀਏ ਔਰ ਸਮੱਸਿਆਵਾਂ ਬਾਰੇ ਸੁਣੀਏ, ਨੈਗੇਟਿਵ ਬੋਲੀਏ, ਨੈਗੇਟਿਵ ਸੁਣੀਏ, ਤਾਂ ਫਿਰ ਸਾਡਾ ਹਾਲਾਤ ਕੈਸੀ ਹੋ ਜਾਏਗੀ ਕਿ ਅਸੀਂ ਨੈਗੇਟਿਵ ਬੋਲ ਸੁਣ ਕੇ ਔਰ ਨੈਗੇਟਿਵ ਬੋਲ ਬੋਲ ਕੇ ਪੋਜ਼ਿਟਿਵ ਹੋ ਸਕਦੇ ਹਾਂ ਜੀ? ਸਿਰ ਹਿਲਾ ਕੇ ਦੱਸੋ ਹਾਂ ਜਾਂ ਨਾ। ਨਹੀਂ ਹੋ ਸਕਦੇ। ਤੇ ਜੇ ਅਸੀਂ ਹਮੇਸ਼ਾ ਪੋਜ਼ਿਟਿਵ ਬੋਲ ਸੁਣੀਏ ਤੇ ਪੋਜ਼ਿਟਿਵ ਬੋਲ ਬੋਲੀਏ ਤਾਂ ਫਿਰ ਅਸੀਂ ਖੁਸ਼ ਹੋ ਸਕਦੇ ਹਾਂ ਕਿ ਨਹੀਂ? ਸਿਰ ਹਿਲਾ ਕੇ ਦੱਸੋ ਹਾਂ ਜਾਂ ਨਾ। ਹੋ ਸਕਦੇ ਆ ਨਾ। ਤਾਂ ਪ੍ਰੋਬਲਮ ਕਿਹਦੀ ਹੈ? ਕਿਸੇ ਹੋਰ ਦੀ ਨਹੀਂ ਹੈ, ਸਾਡੀਆਂ ਆਪਣੀਆਂ ਕ੍ਰੀਏਟ ਕੀਤੀਆਂ ਹੋਈਆਂ ਨੇ, ਹਰ ਮਨੁੱਖ ਦੀਆਂ, ਹਰ ਘਰ ਵਿੱਚ, ਹਰ ਪਰਿਵਾਰ ਵਿੱਚ, ਹਰ ਸਮਾਜ ਦੇ ਅੰਦਰ। ਤਾਂ ਗੁਰੂ ਜੀ ਸਾਨੂੰ ਸਮਝਾ ਰਹੇ ਨੇ, ਹੇ ਮਿੱਤਰਾ, ਜੋ ਰੱਬੀ ਗੁਣਾਂ ਦੀ ਗੱਲ ਸੁਣਦਾ ਹੈ, ਰੱਬੀ ਗੁਣਾਂ ਦੀ ਗੱਲ ਜ਼ਬਾਨ ਦੇ ਨਾਲ ਬੋਲਦਾ ਹੈ, ਉਹ ਵਿਕਾਰਾਂ ਤੋਂ, ਪਾਪਾਂ ਤੋਂ, ਅਪਰਾਧਾਂ ਤੋਂ ਬਚ ਜਾਂਦਾ ਹੈ। ਹਰ ਜਸ ਲਿਖੈ ਲਾਏ ਭਾਵਨੀ ਸੇ ਹਸਤ ਪਵਿੱਤਾ। ਹਸਤ ਦਾ ਮਤਲਬ ਹੱਸਣਾ ਵੀ ਹੁੰਦਾ ਹੈ, ਹਸਤ ਦਾ ਮਤਲਬ ਹੱਥ ਵੀ ਹੁੰਦਾ ਹੈ। ਇੱਥੇ ਹਸਤ ਦਾ ਮਤਲਬ ਹੈ ਹੱਥ। ਜੇ ਹਸਤ ਦੇ ਤੱਤੇ ਥੱਲੇ ਔਂਕੜ ਹੁੰਦਾ ਤਾਂ ਫਿਰ ਇੱਕ ਹੱਥ ਹੋਣਾ ਸੀ। ਇੱਥੇ ਹਸਤ ਦਾ ਤੱਤਾ ਮੁਕਤਾ ਹੈ, ਬਹੁਵਚਨੀ, ਔਰ ਜੇ ਤੱਤੇ ਨਾਲ ਹੱਥ ਸਿਆਰੀ ਹੁੰਦੀ ਤਾਂ ਹੱਥ ਨਾਲ ਅਰਥ ਬਣ ਜਾਣਾ ਸੀ। ਹਰ ਜਸ ਲਿਖੇ ਹੈ,
ਜਿਹੜੇ ਹਰੀ ਦਾ ਯਸ਼ ਲਿਖਦੇ ਨੇ, ਲਾਏ ਭਾਵਨੀ, ਭਾਵਨੀ ਦਾ ਮਤਲਬ ਪਿਆਰ, ਪਿਆਰ ਦੇ ਨਾਲ, ਜਿਹੜੇ ਹੱਥ ਪਿਆਰ ਦੇ ਨਾਲ ਪ੍ਰਭੂ ਦੀ ਮਹਿਮਾ ਲਿਖਦੇ ਨੇ, ਗੁਣਾਂ ਬਾਰੇ ਲਿਖਦੇ ਨੇ, ਉਹ ਹੱਥ ਪਵਿੱਤਰ ਨੇ, ਉਹ ਹੱਥ ਪਵਿੱਤਰ ਹੋ ਜਾਂਦੇ ਨੇ। ਜਿਹੜੇ ਹੱਥ ਪ੍ਰਭੂ ਦੀ ਸਿਫਤ ਸਲਾਹ ਲਿਖਦੇ ਨੇ। ਹੁਣ ਦੇਖੋ ਕਿੰਨਾ ਸਾਰਾ ਲਿਟਰੇਚਰ ਹੈ ਇਸ ਦੁਨੀਆ ਵਿੱਚ, ਔਰ ਲਿਟਰੇਚਰ ਇੱਥੇ ਪੋਜ਼ਿਟਿਵ ਵੀ ਹੈ, ਬਹੁਤ ਸਾਰੀਆਂ ਇੰਸਪਾਇਰੇਸ਼ਨਲ ਸਟੋਰੀਜ਼ ਲਿਖੀਆਂ ਨੇ ਬਹੁਤ ਲੋਕਾਂ ਨੇ, ਮੋਟੀਵੇਸ਼ਨਲ ਬਹੁਤ ਸਾਰੀਆਂ ਬੁੱਕਸ ਮਿਲ ਜਾਂਦੀਆਂ ਨੇ, ਬੜਾ ਲਿਟਰੇਚਰ ਹੈ। ਔਰ ਨੈਗੇਟਿਵ ਲਿਟਰੇਚਰ ਵੀ ਬੜਾ ਪਿਆ ਹੈ ਦੁਨੀਆ ਵਿੱਚ, ਗੰਦਾ ਲਿਟਰੇਚਰ ਵੀ ਬੜਾ ਪਿਆ ਹੈ, ਜੇ ਉਹਨੂੰ ਬੰਦਾ ਪੜ੍ਹ ਕੇ ਅਮਲ ਕਰੇ ਤਾਂ ਜ਼ਿੰਦਗੀ ਬਰਬਾਦ ਵੀ ਹੋ ਸਕਦੀ ਹੈ। ਤਾਂ ਹੱਥ ਉਹ ਪਵਿੱਤਰ ਨੇ ਜੋ ਪ੍ਰਭੂ ਦੀ ਸਿਫਤ ਸਲਾਹ ਲਿਖਦੇ ਨੇ। ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਹੈ, ਜਿਨ੍ਹਾਂ ਹੱਥਾਂ ਨੇ ਲਿਖੀ ਹੈ, ਕਿੰਨੇ ਪਵਿੱਤਰ ਨੇ ਉਹ ਹੱਥ। ਜੋ ਅੱਗੋਂ ਟੀਕੇ ਲਿਖ ਰਹੇ ਨੇ, ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਟੀਕਾ, ਕਿੰਨੇ ਪਵਿੱਤਰ ਨੇ ਹੱਥ, ਕਿਉਂਕਿ ਉਹ ਚੰਗਾ ਕੰਮ ਕਰ ਰਹੇ ਨੇ। ਜਿਨ੍ਹਾਂ ਲੋਕਾਂ ਨੇ ਪੋਜ਼ਿਟਿਵ ਲਿਟਰੇਚਰ ਲਿਖਿਆ ਹੈ, ਚਾਹੇ ਉਹ ਦੁਨੀਆ ਦੇ ਕੰਮ ਆਉਣ ਵਾਲਾ ਹੈ, ਚਾਹੇ ਸਾਇੰਸ ਦੇ ਵਿੱਚ ਹੈ, ਜਾਂ ਸੋਸ਼ਲ ਦੁਨੀਆ ਵਿੱਚ ਹੈ, ਜਾਂ ਆਰਥਿਕ ਦੁਨੀਆ ਵਿੱਚ ਹੈ, ਜਿਨ੍ਹਾਂ ਨੇ ਚੰਗਾ ਲਿਟਰੇਚਰ ਲਿਖਿਆ, ਪਵਿੱਤਰ ਨੇ ਨਾ ਹੱਥ। ਉਹਨਾਂ ਦੀਆਂ ਪੜ੍ਹੀਆਂ ਕਿਤਾਬਾਂ ਪੜ੍ਹ ਕੇ ਕਿੰਨੇ ਸਾਰੇ ਚੰਗੇ ਲੋਕ ਪੈਦਾ ਹੁੰਦੇ ਨੇ, ਵਿਗਿਆਨਿਕ, ਡਾਕਟਰ ਆਦਿ ਬਣਦੇ ਨੇ। ਉਹ ਹੱਥ ਪਵਿੱਤਰ ਨੇ ਜਿਨ੍ਹਾਂ ਨੇ ਗੁਣਾਂ ਦੀ ਗੱਲ ਲਿਖੀ ਹੈ। ਤਾਂ ਜੇ ਅਸੀਂ ਵੀ ਚਾਹੁੰਦੇ ਹਾਂ ਆਪਣੇ ਹੱਥਾਂ ਨੂੰ ਪਵਿੱਤਰ ਕਰਨਾ, ਤਾਂ ਸਾਨੂੰ ਵੀ ਚਾਹੀਦਾ ਕੋਈ ਚੰਗੀ ਚੀਜ਼ ਇਹਨਾਂ ਨਾਲ ਲਿਖੀਏ, ਗਲਤ ਚੀਜ਼ ਨਾ ਲਿਖੀਏ, ਪੋਜ਼ਿਟਿਵ ਲਿਖੀਏ। ਪੋਜ਼ਿਟਿਵ ਲਿਖਾਂਗੇ, ਪੋਜ਼ਿਟਿਵ ਲਿਟਰੇਚਰ ਹੋਏਗਾ, ਰੱਬੀ ਸਿਫਤ ਸਲਾਹ ਦੀ ਗੱਲ ਹੋਏਗੀ। ਜੇ ਕੋਈ ਉਹਨੂੰ ਪੜ੍ਹੇਗਾ ਤੇ ਉਹ ਰੱਬ ਦੇ ਨਾਲ, ਰੱਬੀ ਗੁਣਾਂ ਦੇ ਨਾਲ, ਇਨਸਾਨੀਅਤ ਦੇ ਨਾਲ ਜੁੜੇਗਾ। 68 ਤੀਰਥ ਮੱਜਣਾ ਸਭ ਪੁੰਨ ਤਿਨ ਕੀਤਾ। ਕੀਤਾ ਦਾ ਮਤਲਬ ਕਰ ਲਿਆ, 68 ਦਾ ਮਤਲਬ 68, 8 ਤੇ 60, 68। ਮੱਜਣਾ ਦਾ ਮਤਲਬ ਇਸ਼ਨਾਨ, ਸਭ ਦਾ ਮਤਲਬ ਸਾਰੇ, ਤਿੰਨ ਦਾ ਮਤਲਬ ਉਸ ਮਨੁੱਖ ਨੇ। ਉਸ ਮਨੁੱਖ ਨੇ ਮਾਨੋ 68 ਤੀਰਥਾਂ ਦਾ ਇਸ਼ਨਾਨ ਕਰ ਲਿਆ ਔਰ ਸਾਰੇ ਪੁੰਨ ਕਰ ਲਏ। ਯਾਨੀ ਉਹਨੂੰ ਕੋਈ ਵੱਖਰਾ ਪੁੰਨਦਾਨ ਕਰਨ ਦੀ ਲੋੜ ਨਹੀਂ, ਵੱਖਰੇ ਤੀਰਥਾਂ ਤੇ ਇਸ਼ਨਾਨ ਕਰਨ ਦੀ ਲੋੜ ਨਹੀਂ। ਉਹਦੇ ਸਾਰੇ ਤੀਰਥਾਂ ਦੇ ਇਸ਼ਨਾਨ ਹੋ ਗਏ, ਉਹਦੇ ਸਾਰੇ ਪੁੰਨਦਾਨ ਹੋ ਗਏ। ਕਿਦੇ? ਜਿਨਨੇ ਸ਼ਰਵਣਾਂ ਦੇ ਨਾਲ, ਕੰਨਾਂ ਨਾਲ ਰੱਬੀ ਜਸ ਸੁਣਿਆ, ਜ਼ਬਾਨ ਦੇ ਨਾਲ ਜਿਨਨੇ ਗੁਣਾਂ ਦੀ ਗੱਲ ਕੀਤੀ, ਜਿਨਨੇ ਆਪਣੇ ਹੱਥਾਂ ਦੇ ਨਾਲ ਪ੍ਰਭੂ ਦੀ ਸਿਫਤ ਸਲਾਹ, ਪੋਜ਼ਿਟਿਵ ਲਿਟਰੇਚਰ ਲਿਖਿਆ, ਉਹਨੇ 68 ਤੀਰਥਾਂ ਦੇ ਮਾਨੋ ਇਸ਼ਨਾਨ ਕਰ ਲਏ ਤੇ ਸਾਰੇ ਪੁੰਨ ਕਰ ਲਏ। ਉਹਨੂੰ ਕੋਈ ਵੱਖਰੇ ਪੁੰਨ ਕਰਨ ਦੀ ਲੋੜ ਨਹੀਂ, ਉਹਨੂੰ ਵੱਖਰੇ ਤੀਰਥਾਂ ਤੇ ਇਸ਼ਨਾਨ ਕਰਨ ਦੀ ਲੋੜ ਨਹੀਂ। ਉਹ ਸਾਰੇ ਕਰਮ ਇਹਦੇ ਵਿੱਚ ਹੀ ਆ ਗਏ, ਉਹਦੇ 68 ਤੀਰਥਾਂ ਦਾ ਮਾਨੋ ਇਸ਼ਨਾਨ ਹੀ ਹੋ ਗਿਆ। ਸੰਸਾਰ ਸਾਗਰ ਤੇ ਉਧਰੇ ਵਿਖਿਆ ਗੜ ਜਿੱਤਾ। ਗੜ ਦਾ ਮਤਲਬ ਕਿਲਾ, ਤੇ ਵਿਖਿਆ ਦਾ ਮਤਲਬ ਵਿਸ਼ੇ ਵਿਕਾਰਾਂ ਦਾ, ਮਾਇਆ ਦਾ। ਅਜਿਹੇ ਮਨੁੱਖ ਸੰਸਾਰ ਸਮੁੰਦਰ ਦੇ ਵਿਕਾਰਾਂ ਵਿੱਚ ਡੁੱਬਣ ਤੋਂ ਬਚ ਜਾਂਦੇ ਨੇ ਤੇ ਉਹਨਾਂ ਨੇ ਮਾਇਆ ਦੇ ਕਿਲੇ ਨੂੰ ਜਿੱਤ ਲਿਆ ਹੈ। ਮਾਇਆ ਦਾ ਕਿਲਾ। ਹੁਣ ਮਾਇਆ ਕੀ, ਇਹਨੂੰ ਤਾਂ ਅਸੀਂ ਸਮਝਦੇ ਹਾਂ ਇੱਕ ਸੋਚ, ਜੋ ਸੋਚ ਸਾਨੂੰ ਹਰ ਇੱਕ ਦੇ ਨਾਲ ਰੱਬ ਵਰਗਾ ਪਿਆਰ ਵਿਹਾਰ ਨਹੀਂ ਕਰਨ ਦਿੰਦੀ, ਜੋ ਸੋਚ ਸਾਡੇ ਅੰਦਰ ਸੈਲਫਿਸ਼ਨੈਸ ਪੈਦਾ ਕਰਦੀ ਹੈ, ਜੋ ਸੋਚ ਸਾਡੇ ਅੰਦਰ ਮੇਰ ਤੇਰ ਦੇ ਵਿਤਕਰੇ ਪੈਦਾ ਕਰਦੀ ਹੈ, ਉਹ ਸੋਚ ਮਾਇਆ ਹੈ। ਉਹਨਾਂ ਨੇ ਇਸ ਕਿਲੇ ਨੂੰ ਜਿੱਤ ਲਿਆ ਹੈ, ਇਸ ਸੋਚ ਨੂੰ ਜਿੱਤ ਲਿਆ ਹੈ। ਉਹ ਇਸ ਸੋਚ ਤੋਂ ਬਾਹਰ ਆ ਗਏ ਨੇ, ਉਹ ਵਿਸ਼ੇ ਵਿਕਾਰਾਂ ਦੇ ਕਿਲੇ ਨੂੰ ਜਿੱਤ ਗਏ ਨੇ। ਉਹ ਸੰਸਾਰ ਸਾਗਰ ਦੇ ਵਿੱਚ ਨਹੀਂ ਡੁੱਬੇ, ਉਹ ਸਤ ਸੰਤੋਖ ਦਇਆ ਧਰਮ ਦੇ ਧਾਰਨੀ ਹੋ ਜਾਂਦੇ ਨੇ। ਨਾਨਕ ਲੜ ਲਾਏ ਉਧਾਰਿਆਨ, ਦਈ ਸੇਵ ਅਮਿਤਾ। ਅਮਿਤਾ ਦਾ ਮਤਲਬ ਬੇਅੰਤ ਪ੍ਰਭੂ, ਦਈ ਦਾ ਮਤਲਬ ਪਿਆਰਾ, ਸੇਵ ਦਾ ਮਤਲਬ ਸੇਵ ਕੇ, ਰੱਬ ਦੀ ਸ਼ਰਨ ਵਿੱਚ ਰਹਿ ਕੇ। हे ਨਾਨਕ, ਐਸੇ ਬੇਅੰਤ ਪ੍ਰਭੂ ਨੂੰ ਸਿਮਰ ਕੇ ਜਿਸ ਨੇ ਆਪਣੇ ਲੜ ਲਾ ਕੇ ਅਨੇਕਾਂ ਜੀਵ ਬਚਾਏ ਨੇ। ਐਸੇ ਪ੍ਰਭੂ ਨੂੰ ਸਿਮਰ। ਦਈ ਸੇਵ ਅਮਿਤਾ ਦਾ ਮਤਲਬ ਐਸੇ ਪ੍ਰਭੂ ਨੂੰ ਸਿਮਰ, ਯਾਦ ਰੱਖ, ਉਹਦੇ ਗੁਣ ਗਾ, ਰੱਬੀ ਰਜਾ ਵਿੱਚ ਤੁਰ। ਕਿਹਦੀ ਰਜਾ ਦੇ ਵਿੱਚ? ਲੜ ਲਾਏ ਉਧਾਰਿਆਨ, ਜਿਸ ਨੇ ਆਪਣੇ ਲੜ ਲਾ ਕੇ ਅਨੇਕਾਂ ਲੋਕਾਂ ਦਾ ਪਾਰ ਉਤਾਰਾ ਕੀਤਾ ਹੈ। ਜਿਸ ਪ੍ਰਭੂ ਦੇ ਗੁਣਾਂ ਨਾਲ ਲੱਗ ਕੇ, ਜਿਹਦੀ ਰਜਾ ਅੰਦਰ ਤੁਰ ਕੇ ਅਨੇਕਾਂ ਜੀਵ ਵਿਕਾਰਾਂ ਤੋਂ ਬਚੇ ਨੇ,
ਗੁਰੂ ਜੀ ਕਹਿੰਦੇ ਨੇ ਤੂੰ ਹੀ ਉਸ ਅਮਿਤ ਅਪਹੁੰਚ ਪ੍ਰਭੂ ਨੂੰ ਸਿਮਰ, ਉਹਨੂੰ ਯਾਦ ਕਰ, ਉਹਦੇ ਗੁਣਾਂ ਦਾ ਧਾਰਨੀ ਹੋ। ਅਗਲਾ ਵਚਨ ਕਰਦੇ ਨੇ ਸਲੋਕ ਮਹਿਲਾ ਪੰਜਵਾਂ, ਤੰਦੜੇ ਕੁਲਾਹ ਚਿਤ ਨਾ ਆਵੇ ਹੇਕੜੋ। ਲਾ ਔਰ ਕੁਲਾਹ, ਲਾ ਦਾ ਮਤਲਬ ਹੁੰਦਾ ਹੈ ਲਾਭ ਤੇ ਕੁਲਾਹ ਦਾ ਮਤਲਬ ਹੈ ਘਾਟਾ। ਤੰਦੜੇ ਦਾ ਮਤਲਬ ਕੋਝੇ ਤੰਦੇ, ਚਿਤ ਨਾ ਆਵੇ ਹੇਕੜੋ, ਹੇਕੜੋ ਦਾ ਮਤਲਬ ਇੱਕ ਵਾਹਿਗੁਰੂ। ਉਹ ਕੋਝੇ ਤੰਦੇ ਘਾਟੇ ਵਾਲੇ ਨੇ ਜਿਨ੍ਹਾਂ ਕਰਕੇ ਰੱਬ ਚੇਤੇ ਨਹੀਂ ਹੁੰਦਾ। ਉਹ ਕੋਝੇ ਧੰਦੇ ਘਾਟੇ ਵਾਲੇ ਨੇ ਜਿਹੜੇ ਧੰਦੇ ਕਰਨ ਦੇ ਨਾਲ ਸਾਡੇ ਮਨ ਅੰਦਰ ਰੱਬ ਚੇਤੇ ਨਹੀਂ ਰਹਿੰਦਾ, ਰੱਬ ਦੇ ਗੁਣ ਚੇਤੇ ਨਹੀਂ ਰਹਿੰਦੇ, ਉਹ ਘਾਟੇ ਵਾਲੇ ਨੇ ਧੰਦੇ। ਹੁਣ ਦੇਖੋ ਕਾਮ ਕ੍ਰੋਧ ਜਦੋਂ ਅਸੀਂ ਵਰਤਦੇ ਆ ਕਰਦੇ ਆ ਐਸੇ ਮਾੜੇ ਕੰਮ, ਤਾਂ ਰੱਬ ਚੇਤੇ ਨਹੀਂ ਨਾ ਹੁੰਦਾ। ਚੋਰੀ ਕਰਦੇ ਆ, ਝੂਠ ਬੋਲਦੇ ਆ, ਤਾਂ ਫਿਰ ਐਸੇ ਕੰਮ ਜਿਨ੍ਹਾਂ ਵਿੱਚ ਝੂਠ ਫਰੇਬ ਹੋਵੇ ਉਹ ਘਾਟੇ ਵਾਲੇ ਨੇ, ਉਹ ਲਾਭ ਵਾਲੇ ਨਹੀਂ। ਵਰਤਨ ਰਾਤੇ ਸਰਾਧ ਨੇ ਤਾਂ ਰੱਬ ਚੇਤੇ ਨਹੀਂ ਹੈ ਨਾ, ਦੇਵੀਆਂ ਦੇਵਤੇ ਚੇਤੇ ਨੇ, ਮੜੀਆਂ ਚੇਤੇ ਨੇ, ਕਬਰਾਂ ਚੇਤੇ ਨੇ, ਜੋਤਸ਼ੀ ਚੇਤੇ ਨੇ, ਸ਼ੁਭ ਔਰ ਅਸ਼ੁਭ ਚੇਤੇ ਹੈ, ਤਾਂ ਰੱਬ ਤਾਂ ਚੇਤੇ ਨਹੀਂ ਨਾ ਹੋਏਗਾ। ਇਸ ਲਈ ਉਹ ਧੰਦੇ ਘਾਟੇ ਬੰਦੇ ਨੇ ਜਿਨ੍ਹਾਂ ਕਰਕੇ ਰੱਬੀ ਗੁਣ ਚੇਤੇ ਨਹੀਂ ਆਉਂਦੇ। ਨਾਨਕ ਸਈ ਤਨ ਫੁਟਨ ਜਿਨ੍ਹਾਂ ਸਾਈਂ ਵਿਸਰੇ। ਫੁਟਨ ਦਾ ਮਤਲਬ ਫੁੱਟ ਜਾਂਦੇ ਨੇ, ਵਿਕਾਰਾਂ ਨਾਲ ਗੰਦੇ ਹੋ ਜਾਂਦੇ ਨੇ। ਜਿਵੇਂ ਅਸੀਂ ਕਹਿੰਦੇ ਫਲਾਣੇ ਦਾ ਤਨ ਜਿਹੜਾ ਨਾ ਫੁੱਟ ਗਿਆ ਹੈ, ਥਾਂ ਥਾਂ ਤੋਂ ਖੂਨ ਵਗੈਰਾ, ਜਿਵੇਂ ਕੋੜ ਪੈ ਜਾਂਦਾ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿਨ੍ਹਾਂ ਨੂੰ ਰੱਬ ਵਿਸਰ ਜਾਂਦਾ ਨਾ, ਉਹ ਤਨ ਫੁੱਟ ਜਾਂਦੇ ਨੇ। ਫੁੱਟਣ ਦਾ ਮਤਲਬ ਕਿ ਵਿਕਾਰਾਂ ਦੇ ਨਾਲ ਗੰਦੇ ਹੋ ਜਾਂਦੇ ਨੇ। ਜਿਵੇਂ ਕੋੜੀ ਬੰਦੇ ਦੇ ਵਿੱਚੋਂ ਖੂਨ ਵਗਦਾ ਨਾ ਥਾਂ ਥਾਂ, ਐਵੇਂ ਉਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਵਿਸ਼ੇ ਵਿਕਾਰਾਂ ਦੀ ਦੁਰਗੰਧ ਆਉਂਦੀ। ਈਰਖਾ, ਵੈਰ, ਵਿਰੋਧ, ਥਾਂ ਥਾਂ ਤੇ ਉਹ ਐਸੇ ਵਿਕਾਰ ਕਰਦੇ ਰਹਿੰਦੇ ਨੇ। ਉਹ ਸਰੀਰ, ਉਹ ਸੋਚ ਵਿਕਾਰਾਂ ਕਰਕੇ ਗੰਦੀ ਹੋ ਜਾਂਦੀ ਹੈ, ਜਿਸ ਸੋਚ ਦੇ ਵਿੱਚੋਂ ਰੱਬ ਵਿਸਰ ਜਾਂਦਾ ਹੈ। ਮਹਿਲਾ ਪੰਜਵਾਂ, ਪਰੇਤੋਂ ਕੀ ਤੋਨ ਦੇਵਤਾ ਤਿਨ ਕਰਨੈ ਹਾਰੈ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੋ ਪ੍ਰਭੂ ਦੀ ਸ਼ਰਨ ਵਿੱਚ ਆ ਗਿਆ ਨਾ, ਪ੍ਰੇਤ ਤੋਂ ਪ੍ਰਭੂ ਨੇ ਦੇਵਤਾ ਬਣਾ ਦਿੱਤਾ। ਹੁਣ ਇੱਥੇ ਦੇਵਤੇ ਦਾ ਮਤਲਬ ਇਹ ਨਹੀਂ ਕਿ ਇੰਦਰ ਦੇਵਤਾ ਬਣਾ ਦਿੱਤਾ। ਪ੍ਰੇਤ ਕੌਣ ਹੈ? ਮਾਇਆ ਮੋਹ ਸਭ ਪ੍ਰੇਤ ਹੈ। ਪ੍ਰੇਤ ਕੌਣ ਹੈ? ਜੋ ਨਾਮਹੀਨ ਫਿਰੈ ਬੇਤਾਲ। ਪ੍ਰੇਤ ਕੌਣ ਹੈ? ਪ੍ਰੇਤ ਭੂਤ ਸਭ ਦੂਜੇ ਲਾਏ, ਜੋ ਇੱਕ ਨੂੰ ਛੱਡ ਕੇ ਦ્વੈਤ ਵਿੱਚ ਲੱਗਾ ਹੈ, ਵਿਕਾਰਾਂ ਦੇ ਵਿੱਚ ਲੱਗਾ ਹੈ। ਪਲ ਮੈਂ ਪ੍ਰੇਤ ਜਿਨੀ ਰਾਮ ਨਾ ਪਛਾਤਾ, ਜਿਹਦੇ ਅੰਦਰ ਰੱਬੀ ਗੁਣ ਨਹੀਂ। ਜੇ ਐਸਾ ਪ੍ਰੇਤ, ਪ੍ਰੇਤ ਦਾ ਮਤਲਬ ਸਮਝ ਗਿਆ ਨਾ, ਬੰਦਾ ਹੀ ਪ੍ਰੇਤ ਹੈ। ਤੇ ਜਦੋਂ ਉਹ ਰੱਬ ਦੀ ਸ਼ਰਨ ਵਿੱਚ ਆਉਂਦਾ ਹੈ, ਰੱਬ ਉਹਨੂੰ ਦੇਵਤਾ ਬਣਾ ਦਿੰਦਾ ਹੈ। ਦੇਵਤੇ ਦਾ ਮਤਲਬ ਸ਼ੁਭ ਗੁਣਾ, ਦੇਵੀ ਗੁਣਾ ਵਾਲਾ ਮਨੁੱਖ ਬਣਾ ਦਿੰਦਾ ਹੈ। ਆਸਾ ਕੀ ਵਾਰ ਵਿੱਚ ਗੁਰੂ ਜੀ ਨੇ ਕਿਹਾ ਮਾਨਸ ਤੇ ਜਿਨ ਮਾਨਸ ਤੇ ਦੇਵਤੇ ਕੀ ਹੈ, ਮਨੁੱਖ ਤੋਂ ਦੇਵੀ ਗੁਣਾ ਵਾਲਾ ਬੰਦਾ ਬਣਾ ਦਿੱਤਾ। ਹੁਣ ਜਿਵੇਂ ਕੌਡਾ ਭੀਲ ਹੈ ਤਾਂ ਉਹਨੂੰ ਲੋਕ ਕੌਡਾ ਰਾਖਸ਼ ਕਹਿ ਦਿੰਦੇ ਨੇ। ਇਸ ਦੁਨੀਆ ਵਿੱਚ ਵੀ ਕਿੰਨੇ ਐਸੇ ਨੇ ਜੋ ਰਾਖਸ਼ੀ ਬਿਰਤੀ ਵਾਲੇ ਨੇ, ਪ੍ਰੇਤ ਬਿਰਤੀ ਵਾਲੇ ਨੇ, ਤੇ ਜਿਹੜੇ ਚੰਗੇ ਬੰਦੇ ਨੇ ਉਹਨਾਂ ਨੂੰ ਦੇਵਤਾ ਕਹਿ ਦਿੱਤਾ ਜਾਂਦਾ ਹੈ, ਸ਼ੁਭ ਗੁਣਾ ਵਾਲੇ ਦੇਵਤੇ। ਤਾਂ ਜੋ ਵੀ ਪ੍ਰਭੂ ਦੇ ਚਰਨਾਂ ਦੀ ਸ਼ਰਨ ਵਿੱਚ ਆਇਆ, ਉਸ ਪ੍ਰੇਤ ਨੂੰ ਰੱਬ ਨੇ, ਪ੍ਰਭੂ ਨੇ ਦੇਵ ਸਰੂਪ ਮਨੁੱਖ ਬਣਾ ਦਿੱਤਾ। ਸਭੇ ਸਿੱਖ ਉਬਾਰਿਆਨ ਪ੍ਰਭ ਕਾਜ ਸਵਾਰੇ। ਪ੍ਰਭੂ ਨੇ ਕੰਮ ਸਵਾਰ ਦਿੱਤੇ ਨੇ, ਔਰ ਸਾਰੇ ਗੁਰੂ ਦੇ ਸਿੱਖ ਜਿਹੜੇ ਨੇ ਵਿਕਾਰਾਂ ਤੋਂ ਬਚਾ ਲਏ ਨੇ। ਜੋ ਵੀ ਗੁਰੂ ਦਾ ਸਿੱਖ ਦਾ ਮਤਲਬ ਜੋ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ, ਉਹਨਾਂ ਨੂੰ ਵਿਕਾਰਾਂ ਤੋਂ ਬਚਾ ਲਿਆ ਹੈ। ਨਿੰਦਕ ਪਕੜ ਪਛਾੜਿਆਨ ਝੂਠੇ ਦਰਬਾਰੇ। ਪਛਾੜਿਆਨ ਦਾ ਮਤਲਬ ਧਰਤੀ ਤੇ ਪਟਕਾ ਕੇ ਮਾਰੇ ਨੇ, ਭਾਵ ਆਤਮਿਕ ਮੌਤੇ ਮਾਰ ਦਿੱਤੇ ਨੇ। ਝੂਠੇ ਦਾ ਮਤਲਬ ਝੂਠੇ, ਦਰਬਾਰੇ ਦਾ ਮਤਲਬ ਦਰ ਤੇ। ਝੂਠ ਨਿੰਦਕਾਂ ਨੂੰ ਫੜ ਕੇ ਆਪਣੀ ਹਜ਼ੂਰੀ ਵਿੱਚ ਮਾਨੋ ਪਟਕਾ ਕੇ ਮਾਰਿਆ ਹੈ। ਪਟਕਾ ਕੇ ਮਾਰਨ ਦਾ ਮਤਲਬ ਇਹ ਨਹੀਂ ਕਿ ਉਹਨਾਂ ਦੇ ਸਰੀਰ ਖਤਮ ਹੋ ਗਏ ਨੇ। ਪਟਕਾ ਕੇ ਮਾਰਨ ਦਾ ਮਤਲਬ ਕਿ ਜਿਹੜੇ ਝੂਠੇ ਨੇ, ਜੋ ਫਰੇਬੀ ਨੇ, ਉਹ ਰੱਬੀ ਹੁਕਮ ਦੇ ਅੰਦਰ ਆਤਮਿਕ ਮੌਤੇ ਮਰ ਜਾਂਦੇ ਨੇ, ਉਹਨਾਂ ਦੇ ਅੰਦਰੋਂ ਇਨਸਾਨੀਅਤ ਮਰ ਜਾਂਦੀ ਹੈ। ਨਾਨਕ ਕਾ ਪ੍ਰਭ ਵੱਡਾ ਹੈ ਆਪ ਸਾਜ ਸਵਾਰੇ। ਸਾਜ ਦਾ ਮਤਲਬ ਪੈਦਾ ਕਰਕੇ,
ਗੁਰੂ ਪਾਤਸ਼ਾਹ ਕਹਿੰਦੇ ਨੇ ਦਾਸ ਨਾਨਕ ਦਾ ਪ੍ਰਭੂ ਸਭ ਤੋਂ ਵੱਡਾ ਹੈ, ਜਿਸ ਨੇ ਜੀਵ ਪੈਦਾ ਕੀਤੇ ਨੇ, ਸੰਸਾਰ ਪੈਦਾ ਕੀਤਾ ਹੈ, ਆਪ ਹੀ ਇਹਨੂੰ ਸੰਵਾਰਿਆ ਹੈ। ਜਿਨਨੇ ਪੈਦਾ ਕੀਤਾ ਹੈ ਸੰਵਾਰੇਗਾ ਵੀ ਉਹੀ। ਜੇ ਸਾਡਾ ਜੀਵਨ ਵਿਗੜਿਆ ਹੋਇਆ ਨਾ, ਤਾਂ ਇਸ ਜੀਵਨ ਨੂੰ ਰੱਬ ਹੀ ਸੰਵਾਰ ਸਕਦਾ ਹੈ, ਗੁਰੂ ਹੀ ਸੰਵਾਰ ਸਕਦਾ ਹੈ। ਜੇ ਅਸੀਂ ਰੱਬੀ ਰਜਾ ਵਿੱਚ ਤੁਰੀਏ ਤਾਂ ਹੀ ਇਹ ਜੀਵਨ ਸੰਵਰ ਸਕਦਾ ਹੈ। ਪੌੜੀ। ਪ੍ਰਭ ਬੇਅੰਤ ਕਿਛ ਅੰਤ ਨਾਹੀਂ, ਸਭ ਤਿਸੈ ਕਰਨਾ। ਪ੍ਰਭੂ ਬੇਅੰਤ ਹੈ, ਉਹਦਾ ਅੰਤ ਨਹੀਂ ਪਾਇਆ ਜਾਂਦਾ, ਉਹਦਾ ਕੋਈ ਵੀ ਅੰਤ ਨਹੀਂ ਪੈ ਸਕਦਾ ਕਿਸੇ ਪਾਸਿਓਂ। ਸਾਰਾ ਜਗਤ ਉਸੇ ਨੇ ਬਣਾਇਆ ਹੈ, ਸਿਰਜਿਆ ਹੈ। ਅਗੰਮ ਅਗੋਚਰ ਸਾਹਿਬੋ ਜੀਆਂ ਕਾ ਪਰਣਾ। ਪਰਣਾ ਦਾ ਮਤਲਬ ਹੁੰਦਾ ਹੈ ਆਸਰਾ। ਅਗੋਚਰ ਦਾ ਮਤਲਬ ਇੰਦਰੀਆਂ ਦੀ ਪਹੁੰਚ ਤੋਂ ਪਰੇ। ਅਗੰਮ ਦਾ ਮਤਲਬ ਸਾਡੀ ਪਹੁੰਚ ਤੋਂ ਪਰੇ। ਉਹ ਮਾਲਕ ਅਪਹੁੰਚ ਹੈ, ਜੀਵਾਂ ਦੇ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ। ਲੇਕਿਨ ਜੀਆਂ ਕਾ ਪਰਣਾ ਉਹ ਸਭ ਦਾ ਆਸਰਾ ਹੈ, ਸਾਰਿਆਂ ਦਾ ਸਹਾਰਾ ਹੈ, ਜੀਵਨ ਦਾਨ ਦੇਣ ਵਾਲਾ ਹੈ। ਹਸਤ ਦੇ ਪ੍ਰਤਿਪਾਲ ਦਾ ਭਰਨ ਪੋਖਣ ਕਰਨਾ। ਭਰਨ ਪੋਖਣ ਦਾ ਮਤਲਬ ਹੈ ਪਾਲਣਾ। ਹੱਥ ਦੇ ਕੇ ਸਭ ਜੀਵਾਂ ਦੀ ਰੱਖਿਆ ਕਰਦਾ ਹੈ ਔਰ ਸਭ ਨੂੰ ਪਾਲਦਾ ਹੈ। ਦੇਖੋ, ਹੱਥ ਦੇ ਕੇ, ਸਹਾਰਾ ਦੇ ਕੇ, ਹੁਕਮ ਦੇ ਅੰਦਰ ਸਭ ਜੀਵਾਂ ਦੀ ਪ੍ਰਤਪਾਲਨਾ ਹੋ ਰਹੀ ਹੈ। ਰਿਜਕ ਰੋਜੀ ਪ੍ਰਭੂ ਦੇ ਹੁਕਮ ਦੇ ਵਿੱਚ ਮਿਲ ਰਿਹਾ ਹੈ। ਇੱਕ ਤਾਂ ਇਹ ਗੱਲ ਹੈ। ਦੂਜੀ ਗੱਲ ਇਹ ਹੈ ਕਿ ਜੇ ਅਸੀਂ ਪ੍ਰਭੂ ਦੀ ਚਰਨਾਂ ਦੀ ਸ਼ਰਨ ਵਿੱਚ ਆ ਜਾਈਏ ਤੇ ਪ੍ਰਭੂ ਦੇ ਹੁਕਮ ਦਾ ਹੱਥ ਸਾਡੇ ਸਿਰ ਤੇ ਹੋਵੇ, ਭਾਵ ਅਸੀਂ ਰੱਬੀ ਰਜਾ ਵਿੱਚ ਤੁਰੀਏ, ਤਾਂ ਸਾਡਾ ਆਤਮਕ ਪਾਲਣਾ ਵੀ ਹੋਏਗੀ। ਆਤਮਕ ਗੁਣ ਸਾਡੇ ਵਾਸਤੇ ਸਾਨੂੰ ਰੱਬ ਕੋਲੋਂ ਮਿਲਣਗੇ, ਸ਼ੁਭ ਗੁਣ ਜਿਹੜੇ ਨੇ ਮਿਲਣਗੇ। ਆਤਮਕ ਜੀਵਨ ਦੀ ਪਾਲਣਾ ਵੀ ਹੋਏਗੀ, ਆਤਮਕ ਮੌਤ ਵੀ ਨਹੀਂ ਆਏਗੀ। ਮਿਹਰਬਾਨ ਬਖਸ਼ਿੰਦ ਆਪ ਜਪ ਸੱਚੇ ਕਰਨਾ। ਪ੍ਰਭੂ ਮਿਹਰਬਾਨ ਹੈ, ਬਖਸ਼ਿੰਦ ਹੈ, ਉਹ ਕਹਿਰ ਨਹੀਂ ਕਰਦਾ। ਬਖਸ਼ਿਸ਼ਾਂ ਕਰ ਰਿਹਾ ਹੈ, ਲਗਾਤਾਰ ਕਰੀ ਜਾ ਰਿਹਾ ਹੈ, ਪਰ ਅਸੀਂ ਉਹਦੀਆਂ ਬਖਸ਼ਿਸ਼ਾਂ ਨੂੰ ਪਾਣ ਤੋਂ ਵਾਂਝੇ ਹਾਂ। ਇਹ ਸਾਡੀ ਪ੍ਰੋਬਲਮ। ਨਲਕਾ ਚੱਲ ਰਿਹਾ ਹੈ, ਲੋਕ ਪਾਣੀ ਭਰ ਭਰ ਕੇ ਲੈ ਜਾ ਰਹੇ ਨੇ, ਪਰ ਇੱਕ ਬੰਦੇ ਦੇ ਬਰਤਨ ਦੇ ਅੰਦਰ ਪਾਣੀ ਨਹੀਂ ਪੈ ਰਿਹਾ। ਤਾਂ ਉਹਦਾ ਰੀਜ਼ਨ ਕੀ ਹੈ ਕਿ ਉਹ ਭਾਂਡਾ ਮੂਧਾ ਮਾਰੀ ਬੈਠਾ ਹੈ, ਜੱਗ ਮੂਧਾ ਮਾਰਿਆ ਹੈ ਨਾ ਨਲਕੇ ਦੇ ਅੱਗੇ। ਸਾਰਾ ਸਾਲ ਵੀ ਪਾਣੀ ਚਲਾਈ ਜਾਓ, ਮੂੰਹ ਤੇ ਜੱਗ ਵਿੱਚ ਇੱਕ ਬੂੰਦ ਵੀ ਨਹੀਂ ਪਾਣੀ ਪੈਣਾ ਨਾ। ਬਾਹਰ ਬਰਸਾਤ ਹੋ ਰਹੀ ਹੈ ਤੇ ਬਰਸਾਤ ਦੇ ਅੰਦਰ ਲੋਕ ਭਿੱਜ ਰਹੇ ਨੇ, ਆਨੰਦ ਲੈ ਰਹੇ ਨੇ, ਪਰ ਜੇ ਕੋਈ ਛਤਰੀ ਤਾਣ ਕੇ ਖੜਾ ਹੈ, ਰੇਨਕੋਟ ਪਾ ਕੇ, ਤਾਂ ਉਹ ਭਿੱਜੇਗਾ ਨਹੀਂ ਨਾ। ਰੱਬ ਦੀਆਂ ਬਖਸ਼ਿਸ਼ਾਂ ਤਾਂ ਹੋ ਰਹੀਆਂ ਨੇ, ਪਰ ਅਸੀਂ ਉਹਨਾਂ ਨੂੰ ਵਰਤ ਨਹੀਂ ਰਹੇ। ਸਤ ਸੰਤੋਖ ਦਇਆ ਧਰਮ ਧੀਰਜ ਗੁਣ ਸਾਡੇ ਅੰਦਰ ਨੇ, ਪਰ ਅਸੀਂ ਉਹਨਾਂ ਨੂੰ ਵਰਤ ਹੀ ਨਹੀਂ ਰਹੇ। ਗੁਰੂ ਜੀ ਕਹਿੰਦੇ ਨੇ ਮਿਹਰਬਾਨ ਬਖਸ਼ਿੰਦ ਆਪ ਜਪ ਸੱਚੇ ਤਰਨਾ। ਜਪ ਦਾ ਮਤਲਬ ਉਹਦੇ ਗੁਣ ਗਾ ਕੇ, ਉਹਦੇ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਕੇ। ਤਰਨਾ ਦਾ ਮਤਲਬ ਜੀਵ ਤਰ ਜਾਂਦੇ ਨੇ, ਜਿਹੜੇ ਉਹਦੇ ਗੁਣਾਂ ਨੂੰ ਵਰਤਦੇ ਨੇ, ਸਿਫਤ ਸਲਾਹ ਕਰਦੇ ਨੇ, ਰੱਬੀ ਰਜਾ ਵਿੱਚ ਤੁਰਦੇ ਨੇ, ਉਹ ਜੀਵ ਤਰ ਜਾਂਦੇ ਨੇ। ਉਹ ਬਖਸ਼ਿਸ਼ ਕਰਨ ਵਾਲਾ ਹੈ, ਰਹਿਮਤਾਂ ਕਰਨ ਵਾਲਾ ਹੈ। ਹਰ ਥਾਂ ਤੇ ਰਹਿਮਤਾਂ ਬਰਸ ਰਹੀਆਂ ਨੇ। ਜਿਹੜਾ ਉਹਦੇ ਗੁਣਾਂ ਨੂੰ ਗਾਉਂਦਾ ਹੈ, ਉਹ ਵਿਕਾਰਾਂ ਤੋਂ ਬਚ ਨਿਕਲਦਾ ਹੈ। ਜੋ ਤੁਧ ਭਾਵੈ ਸੋ ਭਲਾ, ਨਾਨਕ ਦਾਸ ਸਰਣਾ। ਗੁਰੂ ਸਾਹਿਬ ਜੀ ਕਹਿੰਦੇ ਨੇ, ਹੇ ਪ੍ਰਭੂ, ਮੈਂ ਤੇਰੀ ਸ਼ਰਨ ਵਿੱਚ ਹਾਂ। ਜੋ ਕੁਛ ਤੇਰੀ ਰਜਾ ਵਿੱਚ ਹੋ ਰਿਹਾ ਹੈ ਉਹ ਠੀਕ ਹੋ ਰਿਹਾ ਹੈ। ਜੋ ਤੁਧ ਭਾਵੈ ਸੋ ਭਲਾ, ਜੋ ਤੇਰੀ ਰਜਾ ਵਿੱਚ ਹੋ ਰਿਹਾ ਹੈ, ਸਿਸਟਮ ਦੇ ਅੰਦਰ ਹੋ ਰਿਹਾ ਹੈ, ਸਭ ਕੁਝ ਠੀਕ ਹੋ ਰਿਹਾ ਹੈ, ਕੁਝ ਵੀ ਗਲਤ ਨਹੀਂ। ਗਲਤ ਉਦੋਂ ਹੁੰਦਾ ਹੈ ਜਦੋਂ ਅਸੀਂ ਰਜਾ ਭਾਣੇ ਤੋਂ ਉਲਟ ਕੁਛ ਕਰਨ ਦੀ ਟਰਾਈ ਕਰਦੇ। ਹੁਣ ਜੇ ਅਸੀਂ ਰੱਬੀ ਰਜਾ ਵਿੱਚ ਤੁਰੀਏ, ਜਾਂ ਜੋ ਗੁਰਬਾਣੀ ਨੇ ਸਾਨੂੰ ਵੇ ਆਫ ਲਾਈਫ ਦਿੱਤਾ ਹੈ, ਜਾਂ ਜੋ ਪਿੱਛੇ ਇਹਨਾਂ ਪੌੜੀਆਂ ਵਿੱਚ ਅਸੀਂ ਵਿਚਾਰ ਕੀਤੀ ਹੈ, ਜੇ ਅਸੀਂ ਉਹਨਾਂ ਵਿਚਾਰਾਂ ਮੁਤਾਬਕ ਜ਼ਿੰਦਗੀ ਜੀਵੀਏ ਤਾਂ ਕੀ ਮਾੜਾ ਹੈ ਇਸ ਦੁਨੀਆ ਵਿੱਚ। ਜੇ ਅਸੀਂ ਇੱਕ ਦੂਜੇ ਨਾਲ ਰੱਬ ਵਰਗਾ ਪਿਆਰ ਸਤਿਕਾਰ ਕਰੀਏ, ਸੱਚ ਬੋਲੀਏ, ਦਇਆ ਕਰੀਏ, ਸਹਿਯੋਗ ਕਰੀਏ, ਪਿਆਰ ਕਰੀਏ, ਤਾਂ ਕੀ ਦੁਨੀਆ ਦੇ ਵਿੱਚ ਮਾੜਾ ਹੈ? ਸਾਰਾ ਕੁਝ ਫਿਰ ਚੰਗਾ ਹੀ ਚੰਗਾ ਹੈ। ਫਿਰ ਤਾਂ ਇਹ ਦੁਨੀਆ ਵਿੱਚ ਕੁਝ ਵੀ ਮਾੜਾ ਨਹੀਂ। ਫਿਰ ਤਾਂ ਇਹ ਦੁਨੀਆ ਤੁਹਾਨੂੰ ਗਾਂਦੀ ਹੋਈ ਪ੍ਰਤੀਤ ਹੋਏਗੀ। ਇਹ ਦੁਨੀਆ ਦੇ ਅੰਦਰ ਜੀਵਨ ਦਾ ਸੰਗੀਤ ਸੁਣੇਗਾ। ਇੱਥੇ ਤਾਂ ਗੁਰੂ ਸਾਹਿਬ ਇਸ ਦੁਨੀਆ ਨੂੰ ਰੱਬ ਦੀ ਆਰਤੀ ਕਰਦੀ ਹੋਈ ਵੇਖ ਰਹੇ ਨੇ। ਗਾਵਨ ਤੁਧ ਨੂੰ ਪੌਣ ਪਾਣੀ ਬੈਸੰਤਰ, ਉਹ ਤੇ ਇਸ ਦੁਨੀਆ ਨੂੰ ਗਾਉਂਦਿਆਂ ਹੋਇਆਂ ਤੱਕ ਰਹੇ ਨੇ। ਦੁਨੀਆ ਦੇ ਅੰਦਰ ਜ਼ਿੰਦਗੀ ਦਾ ਸੰਗੀਤ ਸੁਣਾਈ ਦੇਵੇਗਾ ਜੇਕਰ ਅਸੀਂ ਪ੍ਰਭੂ ਦੀ ਸ਼ਰਨ ਲਈਏ, ਯਾਨੀ ਰੱਬੀ ਰਜਾ ਦੇ ਵਿੱਚ ਤੁਰਨ ਦਾ ਯਤਨ ਕਰੀਏ। ਤਾਂ ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਨ, ਅਸੀਂ ਗੁਰਬਾਣੀ ਨੂੰ ਆਪ ਪੜ੍ਹੀਏ, ਗੁਰਬਾਣੀ ਦੀ ਵਿਚਾਰ ਕਰੀਏ
ਔਰ ਗੁਰਬਾਣੀ ਆਸ਼ੇ ਅਨੁਸਾਰ ਜ਼ਿੰਦਗੀ ਜੀ ਕੇ ਆਪਣੇ ਜੀਵਨ ਨੂੰ ਸਫਲ ਕਰਨ ਦਾ ਯਤਨ ਕਰੀਏ। ਮੈਂ ਇੱਥੇ ਖਿਮਾ ਦਾ ਜਾਚ